गुरु रूप गुरु खालसा साध संगत जियो। वाहेगुरु जी का खालसा वाहेगुरु जी की फतेह। सतगुरु जी की अति किरपा सदका ही ਆਪਾਂ ਸਾਰਿਆਂ ਨੂੰ ਗੁਰੂ ਮਹਾਰਾਜ ਦੀ ਨਿੱਘੀ ਮਿੱਠੀ ਗੋਦ ਵਿੱਚ ਬੈਠਣ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਆਪ ਜੀ ਵੱਡੇ ਭਾਗਾਂ ਵਾਲੇ ਹੋ ਜਿਹੜੇ ਆਪਣੇ ਦੁਨਿਆਵੀ ਧੰਦਿਆਂ ਨੂੰ ਸੰਕੋਚਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਹੋ। ਦੀਨ ਦਇਆਲ ਸਤਿਗੁਰੂ ਆਪਣੇ ਸਾਰਿਆਂ 'ਤੇ ਜਿੱਥੇ ਐਡੀ ਵੱਡੀ ਕਿਰਪਾ ਕਰ ਰਹੇ ਨੇ, ਇੱਕ ਅਹਿਸਾਨ ਹੋਰ ਕਰਨ ਆਪਣੇ ਸਾਰਿਆਂ 'ਤੇ ਕਿ ਮਨ ਵਿੱਚ ਸਾਵਧਾਨਤਾ, ਇਕਾਗਰਤਾ, ਸ਼ਰਧਾ, ਭਾਵਨਾ, ਪ੍ਰੇਮ ਭਰ ਕੇ ਸ਼ਬਦ ਸੁਰਤ ਦਾ ਮੇਲ ਕਰਾਉਂਦਿਆਂ ਹੋਇਆਂ ਗੁਰੂ ਮਹਾਰਾਜ ਦੇ ਪਵਿੱਤਰ ਪਾਵਨ ਉਪਦੇਸ਼ਾਂ ਨੂੰ ਕਰਨ ਅਤੇ ਸੁਣਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ, ਤਾਂ ਕਿ ਸਾਡਾ ਬੋਲਿਆ ਹੋਇਆ, ਸਾਡਾ ਸੁਣਿਆ ਹੋਇਆ ਸਫਲ ਹੋ ਜਾਵੇ। ਅੱਜ ਮੇਰੇ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਪਵਿੱਤਰ ਪਾਵਨ ਅੰਗ 107 ਤੋਂ ਰਾਗ ਮਾਝ ਦੇ ਰਾਹੀਂ ਆਪਣੇ ਪੰਜਵੇਂ ਸਰੂਪ ਦੁਆਰਾ ਪਵਿੱਤਰ ਪਾਵਨ ਉਪਦੇਸ਼ਾਂ ਦੀ ਝੜੀ ਲਾ ਰਹੇ ਨੇ। ਆਓ ਆਪਣੀਆਂ ਸੁਰਤੀਆਂ ਵਿਰਤੀਆਂ ਨੂੰ ਸੰਸਾਰ ਵੱਲੋਂ ਮੋੜਦਿਆਂ ਹੋਇਆਂ ਮਹਾਰਾਜ ਦੇ ਚਰਨਾਂ ਨਾਲ ਜੋੜੀਏ। ਉੱਪਰਲੀ ਉਹ ਪੰਗਤੀ ਹੈ 107 ਦੇ ਉੱਤੇ, ਮਾਝ ਮਹਿਲਾ ਪੰਜਵਾਂ। ਕੀਨੀ ਦਇਆ ਗੋਪਾਲ ਗੋਸਾਈ, ਗੁਰ ਕੇ ਚਰਨ ਵਸੇ ਮਨ ਮਾਹੀ। ਇਹਨੂੰ ਮਾਹੀ ਪੜ੍ਹਨਾ। ਜੇ ਆਪਾਂ ਬਿਨਾਂ ਬਿੰਦੀ ਤੋਂ ਮਾਹੀ ਪੜ੍ਹਾਂਗੇ ਨਾ, ਮਾਹੀ ਤਾਂ ਘਰ ਵਾਲਾ ਹੋ ਜਾਂਦਾ, ਪਤੀ ਜਿਹਨੂੰ ਆਪਾਂ ਕਹਿੰਦੇ ਮਾਹੀ ਵਿੱਚ, ਮਾਹੀ ਕਹੀਏ ਵਿੱਚ ਨੂੰ। ਗੁਰ ਕੇ ਚਰਨ ਵਸੇ ਮਨ ਮਾਹੀ, ਅੰਗੀਕਾਰ ਕੀਆ ਤਿਨ ਕਰਤਾ ਹੈ, ਦੁੱਖ ਕਾ ਡੇਰਾ ਢਾਹਿਆ ਜਿਉ। ਮਨ ਤਨ ਵਸਿਆ ਸੱਚਾ ਸੋਈ, ਵਿਖੜਾ ਥਾਨ ਨਾ ਦਿਸੈ ਕੋਈ। ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸੁਆਮੀ ਆਹਿਆ ਜਿਉ। ਜੋ ਕਿਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਛੂ ਨਾ ਜਾਪੈ। ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਭਰਮ ਭੁਲਾਵਾ ਲਾਹਿਆ ਜਿਉ। ਚਰਨ ਕਮਲ ਜਨ ਕਾ ਆਧਾਰੋ, ਆਠ ਪਹਿਰ ਰਾਮ ਨਾਮ ਵਾ ਪਾਰੋ। ਸਾਧ ਸੰਗਤ ਜੀ, ਜਿਵੇਂ ਆਧਾਰੋ ਵਾ ਪਾਰੋ, ਕਈ ਵਾਰੀ ਨਾ ਆਪਾਂ ਬੇਧਿਆਨੇ ਹੋ ਕੇ ਪਹਿਲੇ ਅੱਖਰ ਦਾ ਆੜਾ ਖਾ ਆੜੇ ਨੂੰ ਕੰਨਾ ਹੁੰਦਾ, ਜਿਹੜਾ ਪਹਿਲੇ ਅੱਖਰ ਨੂੰ ਕੰਨਾ ਲੱਗਿਆ ਹੁੰਦਾ, ਉਹ ਆਪਾਂ ਨਹੀਂ ਬੋਲਦੇ। ਧਿਆਨ ਨਾਲ ਗੁਰਬਾਣੀ ਪੜ੍ਹੀਏ, ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਚਰਨ ਕਮਲ ਜਨ ਕਾ ਆਧਾਰੋ, ਆਠ ਪਹਿਰ ਰਾਮ ਨਾਮ ਵਾ ਪਾਰੋ। ਸਹਿਜ ਆਨੰਦ ਗਾਵੇਂ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜਿਉ। ਬੀਬੀ ਭਾਨੀ ਦੀ ਗੋਦ ਨੂੰ ਭਾਗ ਲਾਉਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਲਾਡਲੇ ਫਰਜ਼ੰਦ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਤੀ ਲਾਡਲੇ ਦੋਤੇ, ਸੋਢੀਆਂ ਦੀ ਕੁਲ ਦੇ ਰੌਸ਼ਨ ਚਿਰਾਗ, ਸ਼ਹੀਦਾਂ ਦੇ ਸਰਤਾਜ, ਮਹਾਂ ਸਿਦਕੀ, ਮਹਾਂ ਸਿਰੜੀ, ਮਹਾਂ ਅਡੋਲ, ਸੇਵਾ ਦੇ ਪੁੰਜ, ਮਠਿਆਸ ਦੇ ਗੰਜ। ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਮਹਾ ਮਹਾ ਮੁਬਾਰਕ ਰਸਨਾ, ਅਤੀ ਸੱਚੀ ਸੁੱਚੀ ਮਹਾ ਮਿਠੜੀ ਰਸਨਾ ਦੁਆਰਾ ਫਰਮਾ ਰਹੇ ਨੇ। ਕੀਨੀ ਦਇਆ ਗੋਪਾਲ ਗੁਸਾਈ, ਗੁਰ ਕੇ ਚਰਨ ਵਸੇ ਮਨ ਮਾਹੀ।
ਗੋਪਾਲ ਧਰਤੀ ਨੂੰ ਪਾਲਣ ਵਾਲਾ, ਭਾਵ ਸਾਰੀ ਸ੍ਰਿਸ਼ਟੀ ਦਾ ਪਾਲਕ। ਗੋਸਾਈ ਸਾਰੀ ਸ੍ਰਿਸ਼ਟੀ ਦਾ ਮਾਲਕ, ਸਾਰੀ ਸ੍ਰਿਸ਼ਟੀ ਦਾ ਖਸਮ, ਮਾਲਕ, ਸਾਹਿਬ, ਭਾਵ ਪਰਮਾਤਮਾ ਵਾਹਿਗੁਰੂ ਜੀ। ਵਾਹਿਗੁਰੂ ਜੀ ਨੇ ਦਇਆ ਕੀਤੀ ਹੈ। ਕਿੰਨੀ ਭੂਤਕਾਲ ਦਾ ਪ੍ਰਤੀਕ ਹੈ। ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਜਿਨ੍ਹਾਂ ਜੀਵਾਂ ਦੇ ਉੱਤੇ ਦਇਆ ਕੀਤੀ ਹੈ, ਤਰਸ ਕੀਤਾ ਹੈ, ਉਹਨਾਂ ਦੇ ਮਨ ਵਿੱਚ ਗੁਰੂ ਦੇ ਚਰਨ ਵਸ ਗਏ ਨੇ। ਸਾਧ ਸੰਗਤ ਜੀ, ਪਰਮਾਤਮਾ ਕਿਰਪਾ ਕਰਦਾ ਹੈ ਤਾਂ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕਈ ਵਾਰੀ ਸਾਡੇ ਵਰਗੇ ਗੁਰਦੁਆਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਕਈ ਵਾਰੀ ਖੰਡੇ ਦੀ ਪਹੁਲ ਵੀ ਲਈ ਹੁੰਦੀ ਹੈ, ਅੰਮ੍ਰਿਤ ਛਕਿਆ ਹੁੰਦਾ, ਪਰ ਗੁਰੂ ਦੇ ਚਰਨ ਅਜੇ ਹਿਰਦੇ ਵਿੱਚ ਨਹੀਂ ਵਸੇ ਹੁੰਦੇ। ਗੁਰੂ ਨੂੰ ਉਨੀ ਸ਼ਰਧਾ, ਭਾਵਨਾ, ਪ੍ਰੇਮ ਦੇ ਨਾਲ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਹੁੰਦਾ। ਪਰਮਾਤਮਾ ਜੀ ਦੀ ਕਿਰਪਾ ਨਾਲ ਹੀ ਅਸੀਂ ਗੁਰੂ ਘਰ ਜਾਂਦੇ ਹਾਂ। ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਅਸੀਂ ਅੰਮ੍ਰਿਤ ਛਕਦੇ ਹਾਂ। ਜਦੋਂ ਫਿਰ ਅਸੀਂ ਆਪਣਾ ਹੋਮਵਰਕ ਰੋਜ਼ ਦੀ ਰੋਜ਼ ਕਰਦੇ ਹਾਂ, ਫਿਰ ਪਰਮਾਤਮਾ ਜੀ ਦੀ ਹੋਰ ਕਿਰਪਾ ਵਧੀ ਜਾਂਦੀ ਹੈ। ਫਿਰ ਇੱਕ ਦਿਨ ਗੁਰੂ ਦੇ ਚਰਨ ਸਾਡੇ ਹਿਰਦੇ 'ਚ ਵਸ ਜਾਂਦੇ ਨੇ। ਹੁਣ ਜਿਵੇਂ ਅਸੀਂ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਦਾ, ਨਿਤਨੇਮ ਦਾ, ਜਾਂ ਸਹਿਜ ਪਾਠ ਕਰਦੇ ਹਾਂ, ਜਾਂ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਲਾਉਂਦੇ ਹਾਂ, ਪਰ ਸਾਡੇ ਮਨ ਦੇ ਵਿੱਚ ਸੰਸਾਰ ਚੱਲਦਾ ਰਹਿੰਦਾ ਹੈ, ਕਿਉਂਕਿ ਹੁਣ ਸੰਸਾਰ ਸਾਡੇ ਮਨ ਵਿੱਚ ਵਸਿਆ ਹੋਇਆ ਹੈ। ਜਦੋਂ ਅਸੀਂ ਪਰਮਾਤਮਾ ਦੀ ਨਾਮ ਜਪਾਂਗੇ, ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣਾਂਗੇ, ਫਿਰ ਇੱਕ ਦਿਨ ਕੀ ਹੋਏਗਾ, ਇਹ ਉਲਟ ਹੋ ਜਾਏਗਾ। ਅਸੀਂ ਜਦੋਂ ਪਾਠ ਕਰਾਂਗੇ, ਸਿਮਰਨ ਕਰਾਂਗੇ, ਭਜਨ ਬੰਦਗੀ ਕਰਾਂਗੇ, ਉਦੋਂ ਤਾਂ ਸਾਡੇ ਮਨ ਵਿੱਚ ਪਰਮਾਤਮਾ ਦੀ ਯਾਦ ਚੱਲੇਗੀ, ਉਹ ਚੱਲੇਗੀ। ਪਰ ਫਿਰ ਇੱਕ ਵਾਧਾ ਇਹ ਹੋ ਜਾਣਾ ਹੈ, ਜਦੋਂ ਅਸੀਂ ਸੰਸਾਰਕ ਕੰਮ ਕਰਾਂਗੇ, ਰਸਤੇ ਦੇ ਵਿੱਚ ਜਾ ਰਹੇ ਹਾਂ, ਪੈਦਲ ਜਾ ਰਹੇ ਹਾਂ, ਸਕੂਟਰ, ਮੋਟਰਸਾਈਕਲ, ਕਾਰ 'ਤੇ ਜਾ ਰਹੇ ਹਾਂ, ਫਿਰ ਵੀ ਸਾਡੇ ਹਿਰਦੇ ਦੇ ਅੰਦਰ ਗੁਰੂ ਦੀ ਯਾਦ ਵਸੀ ਰਹਿੰਦੀ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਕਾਰ ਸਰੂਪ ਬੇਸ਼ੱਕ ਅੱਖਾਂ ਤੋਂ ਓਹਲੇ ਹੋ ਜੇ, ਪਰ ਫਿਰ ਮਨ ਤੋਂ ਓਹਲੇ ਨਹੀਂ ਹੁੰਦਾ, ਕਿਉਂਕਿ ਹਿਰਦੇ 'ਚ ਵਸ ਗਏ। ਅੰਗੀਕਾਰ ਕੀਆ ਤਿਨ ਕਰਤਾ, ਦੁੱਖ ਕਾ ਡੇਰਾ ਢਾਹਿਆ ਜਿਉ। ਫਿਰ ਉੱਪਰ ਕੀਤੀ ਦਇਆ ਨੂੰ, ਗੁਰੂ ਦੇ ਚਰਨਾਂ ਨੂੰ, ਗੁਰੂ ਦੀ ਦੱਸੀ ਹੋਈ ਕਾਰ ਨੂੰ। ਅੰਗੀਕਾਰ ਦਾ ਮਤਲਬ ਹੁੰਦਾ ਪ੍ਰਵਾਨ ਕਰ ਲੈਣਾ। ਜੇ ਇਕੱਲਾ ਅੰਗ ਹੋਵੇ ਫਿਰ ਤਾਂ ਹੁੰਦਾ ਪੱਖ ਕਰਨਾ। ਹੁਣ ਅੰਗੀਕਾਰ ਦਾ ਮਤਲਬ ਹੁੰਦਾ ਪ੍ਰਵਾਨ ਕਰ ਲੈਣਾ। ਆਪਾਂ ਆਮ ਕਰਕੇ ਜਦੋਂ ਅਰਦਾਸ ਕਰਦੇ ਹਾਂ ਕਹਿੰਦੇ ਹਾਂ ਕਿ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਹੀ ਨੂੰ ਬਸਤਰ ਭੇਟਾ ਕੀਤੇ ਗਏ ਨੇ, ਇਹ ਮਹਾਰਾਜ ਆਪ ਅੰਗੀਕਾਰ ਕਰੋ, ਪਾਪ ਪ੍ਰਵਾਨ ਕਰੋ। ਅੰਗੀਕਾਰ ਕੀਆ ਤਿਨ ਕਰਤਾ, ਕੀਤੀ ਹੋਈ ਭਜਨ ਬੰਦਗੀ ਨੂੰ, ਸੇਵਾ ਸਿਮਰਨ ਨੂੰ ਪਰਮਾਤਮਾ ਨੇ ਪ੍ਰਵਾਨ ਕਰ ਲਿਆ। ਕਈ ਵਾਰੀ ਨਾ ਆਪਾਂ ਬੇਧਿਆਨ ਹੋ ਕੇ ਇਹਨੂੰ ਕਰਤੇ ਪੜ੍ਹ ਦਿੰਦੇ ਹਾਂ। ਕਰਤਾ ਭਾਵ ਨੇ ਦੇ ਅਰਥ ਵਿੱਚ ਲੁਕੇ ਹੋਏ ਨੇ ਦਲਾਵਾਂ ਦੇ ਵਿੱਚ। ਕਰਤਾ ਕਰਤੇ ਪਰਮਾਤਮਾ ਨੇ, ਇਹ ਸ੍ਰਿਸ਼ਟੀ ਨੂੰ ਸਾਜਣ ਵਾਲੇ ਪਰਮਾਤਮਾ ਨੇ ਸਾਡੀ ਕੀਤੀ ਹੋਈ ਕਾਰ ਨੂੰ ਪ੍ਰਵਾਨ ਕਰ ਲਿਆ। ਫਿਰ ਉਹਦੇ ਫਲ ਸਰੂਪ ਕੀ ਹੋਇਆ, ਦੁੱਖ ਕਾ ਡੇਰਾ ਢਾਹਿਆ ਜਿਉ। ਸਾਡੇ ਅੰਦਰ ਜੋ ਦਵੈਸ਼ ਦਾ ਦੁੱਖ ਹੈ, ਜੋ ਪਰਮਾਤਮਾ ਦੀ ਅਤੇ ਸਾਡੇ ਵਿਚਾਲੇ ਹਉਮੈ ਦੀ ਕੰਧ ਨਿਕਲੀ ਹੋਈ ਹੈ, ਕਹਿੰਦੇ ਉਹ ਢਾਤਾ। ਸਾਰੇ ਦੁੱਖਾਂ ਦਾ ਮੂਲ ਕਾਰਨ ਹੈ ਆਦਿ ਦਾ ਦੁੱਖ, ਉਹ ਹਉਮੈ ਕਾਰਨ ਹੈ, ਭਾਵ ਵਿਛੋੜੇ ਦਾ। ਜਦੋਂ ਸਾਡੀ ਆਦਿ ਦਾ ਦੁੱਖ ਖਤਮ ਹੋ ਗਿਆ, ਫਿਰ ਉਪਾਦੀ ਅਤੇ ਵਿਆਧੀ ਦਾ ਦੁੱਖ ਤਾਂ ਆਪਣੇ ਆਪ ਖਤਮ ਹੋ ਜਾਣਾ, ਕਿਉਂਕਿ ਵਿਛੋੜਾ ਖਤਮ ਹੋ ਗਿਆ, ਅੰਦਰ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਹਰ ਚੀਜ਼ ਦਾ ਗਿਆਨ ਹੋ ਗਿਆ। ਫਿਰ ਸਾਨੂੰ ਦੁੱਖ ਕਿਉਂ ਲੱਗੇਗਾ? ਫਰਜ਼ ਕਰ ਲਓ ਸਾਨੂੰ ਕੋਈ ਸਾਡਾ ਭੈਣ, ਭਰਾ, ਮਾਂ, ਬਾਪ, ਪੁੱਤਰ, ਨੂੰਹ, ਧੀ ਜਾਂ ਜਵਾਈ ਕੋਈ ਦੁਖੀ ਕਰ ਰਿਹਾ। ਜਦੋਂ ਸਾਨੂੰ ਗਿਆਨ ਹੋ ਗਿਆ ਕਿ ਇਹ ਪਰਮਾਤਮਾ ਹੀ ਮੇਰਾ ਉਹ ਫਲਾਣਾ ਕਰਮ ਭੁਗਤਾ ਰਿਹਾ ਹੈ, ਇਹਨਾਂ ਦੇ ਰਾਹੀਂ ਭੁਗਤਾ ਰਿਹਾ,
फिर साध संगत जी दुख नहीं होगा। पता है भी ये मैं आप बीजिया सी, भोगदा मैं आप हाँ, पर इन्हों साधन बनाया परमात्मा ने, इन्हों के राही मैनू भुगता रहे हैं। फिर परमात्मा ने साड़ी भजन बंदगी नूं प्रवान करदियां होइयां अंदरों दुखों का डेरा ही ढाता। परमेश्वर दिता बन्ना, दुख रोग का डेरा भन्ना, डेरा भन्नता ढाता। मन तन वसिया सच्चा सोई, विखड़ा थान न दिसै कोई। दूत दुश्मन सब सज्जन होए, एको स्वामी आहिया जियो। मन अते तन दे विच साध संगत जी आप जी ने बहुतियां ने बाबा जी तो संथ्या ली हुई है। बाबा जी ने आपां नूं दसदे ने भी कुछ लगा मात्रां गुरबाणी दे विच अर्थात्मक हुंदियां ने, कुछ उचरणात्मक हुंदियां ने। जिहड़ियां अर्थात्मक लगा मात्रां हुंदियां ने वो लगभग शब्द के आखिरी अखर नूं लगियां हुंदियां ने, जिवें औंकड़ जां सिहारी। ये कई उचारण वास्ते नहीं हुंदियां, ये अर्थ दिंदियां ने। जिवें हुण मन अते तन दे नन्ने नूं सिहारी लगी हुई है, ਇਹਦਾ अर्थ की है मन अते तन दे विच। हुण विच दे अर्थ दिंदी है सिहारी लगी हुई। हुण कहते परमात्मा मेरे मन अते तन दे विच वस गया, सਦੀवी रहन वाला परमात्मा वस गया। साध संगत जी वसदा तो सारियां थावां ते है, ਇਹੋ जी कोई थां नहीं जिथे वो ना वसदा होवे। वो चोर दे हिरदे विच भी वस रहा है, डकैत दे हिरदे विच भी वस रहा है, पापी रूह दे हिरदे च भी वस रहा है, ते संत भगत दे हिरदे च भी वस रहा है। फिर आपां सोचांगे भी फिर फर्क की होया। साध संगत जी फर्क ये होया कि भगत दे हिरदे विचों प्रगट हो जाता है। जिहड़ी चीज़ गुप्त हुंदी है ना, कई वारी असीं उहदा लाभ नहीं उठा सकते। साडी बटूए की गुप्त जेब दे विच असीं 2000 का नोट पा लिया, वो किते उपरली परत नाल लग्या रह गया, असीं लभ्या सानूं लभ्या नहीं। असीं वो 2000 के नोट तो कोई फायदा नहीं उठा सकते। जदों वो प्रगट होएगा फिर असीं उह तों फायदा उठा सकांगे। उदाहरण मैनूं लगदी है शायद 2001 जां 2 की गल होएगी। मेरे बच्चों ने बाहर कंपीटीशन ते जाना सी। मैं सोचा कि इन्हां वास्ते थोड़ा समान लै आइए बाजार चों, स्लीपिंग बैग वगैरह होर। वो कुदरती 500 का नोट मेरे ना मैं गुप्त जेब च पा लिया। वो दुकान ते भाई तो समान कढ़वा लिया सारा। उन्होंने पैसे पुछे किन्ने ने, उन्हें 400 कुछ दस्या। तो हुण बटूआ देख रहे हैं, बटूए दे विच पैसे घट ने। दिमाग च यह भी है भी 500 का नोट है तो जरूर सी। वो देखा भी ये बंदा खप रहा है, लभ नहीं रहा कुछ। वो मैनू कहने जी की गल हुई अंकल जी? महा यार बई मेरे ना पैसे नहीं है मेरे कोल, बई तू समान इत्थे पैक करके रख, मैं घरों पैसे लैके आना भी फिर लैके जाऊँगा। वो कहना नहीं नहीं अंकल जी तुसीं लै जाओ, पैसे फिर दे जाओ। महा नहीं यार मैं ऐ नहीं लैके जांदा, मैं तुहानूं नहीं जानदा, तुसीं मैनूं नहीं जानदे। दुकानदार नूं कहा भी मैं ऐदां नहीं लैके जाना। वो जदों बाहर मैं स्कूटर कोल आया, मैं एक वक्त मैं ट्राई दा मार के देखा। जदों देखा वो कुदरती वो बटूए की उपरली परत नाल लग्या पिया वो 500 का नोट। भाव जिन्नी देर गुप्त सी वो उन्नी देर मैं तो कोई लाभ नहीं उठा सकिया। जदों वो प्रगट हो गया फिर वो 500 का नोट दिता, वो जो बकाया मुड़वाया तो अपना समान लैके घर आ गया। परमात्मा साडे अंदर गुप्त रूप दे विच है। जिन्नी देर गुप्त रूप च है उन्नी देर असीं उस तो कोई लाभ नहीं उठा सकते। भगतां नूं प्रतੱਖ तौर ते अपने नाल अंग संग सहाई हुंदा नज़र आउंदा। इस कारण बिखड़ा थान ना दिसै कोई। हुण मनतां दे विच वस गया, भगतां नूं तां प्रतੱਖ तौर ते दिस रहा है, इस करके बिखड़ा हुंदा औखा। हुण कहंदे औखा थान कोई लगदा ही नहीं। साध संगत जी आपां कई वार ना हेमकुंट साहिब नूं जाने, पैदल यात्रा करते हैं।
ਪਰ ਕਈ ਵਾਰੀ ਨਾ ਪਹਾੜੀ ਰਸਤੇ ਦੇ ਉੱਤੇ ਚੜ੍ਹਨਾ ਬਹੁਤ ਔਖਾ ਹੁੰਦਾ ਹੈ। ਲੱਤਾਂ ਥੱਕ ਜਾਂਦੀਆਂ ਨੇ, ਸਾਹ ਫੁੱਲ ਜਾਂਦਾ ਹੈ, ਆਕਸੀਜਨ ਘਟ ਜਾਂਦੀ ਹੈ, ਬੰਦੇ ਦਾ ਪੈਰ ਪੱਟਣ ਨੂੰ ਦਿਲ ਨਹੀਂ ਕਰਦਾ। ਪਰ ਮੈਂ ਕਈ ਗੁਰਮੁਖ ਪਿਆਰਿਆਂ ਨੂੰ ਇਹ ਦੇਖਿਆ ਸਾਧ ਸੰਗਤ ਜੀ, ਬਈ ਘੱਟੋ ਘੱਟ ਗਾਜ ਸਵਾ ਗਾਜ ਦੀਆਂ ਪਲੰਘਾਂ ਪੜਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੇ ਛਾਲਾਂ ਮਾਰਦੇ ਜਾਂਦੇ ਨੇ। ਭਾਰੀ ਸਰੀਰਾਂ ਵਾਲੇ ਵੀ, ਹਲਕੇ ਸਰੀਰਾਂ ਵਾਲੇ ਵੀ, ਬਜ਼ੁਰਗ ਸਰੀਰਾਂ ਵਾਲੇ ਵੀ, ਨੌਜਵਾਨ ਸਰੀਰਾਂ ਵਾਲੇ ਵੀ ਛਾਲਾਂ ਮਾਰਦੇ ਜਾਂਦੇ ਨੇ। ਕਈ ਵਾਰੀ ਦੇਖਿਆ ਬਜ਼ੁਰਗ ਹਿੰਮਤ ਨਾਲ ਜਾਂਦੇ ਨੇ, ਨੌਜਵਾਨ ਢੀਚਕ ਕਰਕੇ ਤੁਰਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਰਮਾਤਮਾ ਗੁਰੂ ਮਹਾਰਾਜ ਸਾਡੇ ਨਾਲ ਨੇ, ਸਾਡੀ ਮਦਦ ਕਰ ਰਹੇ ਨੇ। ਉਹ ਪਰਮਾਤਮਾ ਦੇ ਭਰੋਸੇ 'ਤੇ ਉਹ ਮਹਾਰਾਜ ਦੇ ਸਥਾਨਾਂ ਵੱਲ ਛਾਲਾਂ ਮਾਰਦੇ ਜਾਂਦੇ ਨੇ। ਉਹਨਾਂ ਨੂੰ ਔਖਾ ਥਾਂ ਲੱਗਦਾ ਹੀ ਨਹੀਂ ਕੋਈ। ਉਹਨਾਂ ਨੂੰ ਪਤਾ ਲੱਗਦਾ ਕਿ ਇਹ ਪਰਮਾਤਮਾ ਤੂੰ ਹੀ ਮੇਰਾ ਪਰਬਤ ਹੈ, ਤੂੰ ਹੀ ਮੇਰਾ ਓਹਲਾ ਹੈ, ਮੈਂ ਤੇਰੇ ਤਾਣ ਕਰਕੇ ਹੀ ਜਾ ਰਿਹਾ, ਤੇਰੇ 'ਤੇ ਮਾਣ ਹੈ ਸਤਿਗੁਰੂ ਤਾਂ ਮੈਂ ਜਾ ਰਿਹਾ। ਇਹ ਉਹਦੇ ਮਾਣ 'ਤੇ ਉਹਦੇ ਤਾਣ 'ਤੇ ਉਹ ਬੰਦਾ ਥੱਕਦਾ ਹੀ ਨਹੀਂ ਹੈ। ਫਿਰ ਮਹਾਰਾਜ ਜੀ ਕਹਿੰਦੇ ਨੇ ਹੁਣ ਔਖਾ ਥਾਂ ਕੋਈ ਵੀ ਨਹੀਂ ਲੱਗ ਰਿਹਾ, ਮਾਤਾ ਦਾ ਗਰਭ ਵੀ ਔਖਾ ਨਹੀਂ ਲੱਗ ਰਿਹਾ। ਦੇਖੋ ਜਦੋਂ ਗੁਰੂ ਅੰਗ ਸੰਗ ਹੈ, ਬਾਬਾ ਬਿਧੀ ਚੰਦ ਜੀ ਭੱਠੀ ਦੇ ਵਿੱਚ ਬੈਠ ਗਏ ਦੁਸ਼ਾਲਾ ਲੈ ਕੇ ਅੱਗ ਦੇ ਵਿੱਚ। ਸਾਧ ਸੰਗਤ ਜੀ ਸਾਡਾ ਕਿਤੇ ਮੋਮਬੱਤੀ ਦੀ ਫਲੇਮ ਦੇ ਕੋਲ ਦੀ ਹੱਥ ਲੰਘ ਜੇ ਨਾ ਤਾਂ ਵੀ ਲੂਹਿਆ ਜਾਂਦਾ। ਹੁਣ ਅੱਗ ਲੱਟ ਮਚ ਰਹੀ ਹੈ, ਭੱਠੀ ਦੇ ਵਿੱਚ ਬੈਠੇ ਨੇ। ਕਿਉਂਕਿ ਹੁਣ ਮਨ ਤਨ ਦੇ ਵਿੱਚ ਵਸਿਆ ਹੋਇਆ। ਭੱਠੀ ਵੀ ਇੰਨਾ ਔਖਾ ਥਾਂ ਹੈ, ਉਹ ਵੀ ਸੌਖਾ ਲੱਗ ਰਿਹਾ ਹੈ। ਦੂਤ ਦੁਸ਼ਮਣ ਸਭ ਸੱਜਣ ਹੋਏ, ਏਕੋ ਸੁਆਮੀ ਆਹਿਆ ਜੀਓ। ਹੁਣ ਦੂਤ ਦੁਸ਼ਮਣ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋ ਰਹੇ, ਇਹ ਹੁਣ ਸੱਜਣ ਹੋ ਗਏ। ਜਿਹੜੇ ਸਾਨੂੰ ਧਰਮ ਦੇ ਰਸਤੇ ਤੋਂ ਭਟਕਾਉਂਦੇ ਸੀ, ਜਿਹੜੇ ਸਾਨੂੰ ਰਸਾਤਲ ਵੱਲ ਲੈ ਕੇ ਜਾਂਦੇ ਸੀ, ਉਹ ਹੁਣ ਸਾਡੇ ਮਿੱਤਰ ਬਣ ਗਏ। ਕਾਮ ਇੱਕ ਸ਼ਕਤੀ ਦੇ ਰੂਪ ਵਿੱਚ ਬਦਲ ਗਿਆ, ਕ੍ਰੋਧ ਵੀਰ ਰਸ ਦੇ ਰੂਪ ਵਿੱਚ ਬਦਲ ਗਿਆ, ਲੋਭ ਪਰਮਾਤਮਾ ਦੇ ਨਾਮ ਦੇ ਵਿੱਚ, ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਯਹ ਲਾਲਚ ਹਉ ਗੁਣ ਤਾਉ ਚਰੋਂ। ਮਹਾਰਾਜ ਮੈਨੂੰ ਇਹ ਲਾਲਚ ਦੇ ਕਿ ਮੈਂ ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਹੁਣ ਉਹਦਾ ਲਾਲਚ ਹੋ ਗਿਆ। ਜਿਹੜਾ ਹਉਮੈ ਹੈ ਹੰਕਾਰ ਹੈ ਉਹ ਸਵੈਮਾਨ ਹੋ ਗਿਆ, ਉਹ ਮਿੱਤਰ ਬਣ ਗਏ। ਹੁਣ ਸਾਡਾ ਵਿਗਾੜਦੇ ਨਹੀਂ ਹੋ, ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੈ ਮੰਦਾ। ਉਹ ਹੁਣ ਮੰਦਾ ਮੰਗੇ ਨਹੀਂ ਰਹੇ, ਮੰਦਾ ਕਰਨੀ ਤਾਂ ਗੱਲ ਦੂਰ ਦੀ ਹੈ। ਮਹਾਰਾਜ ਕਹਿੰਦੇ ਸੱਜਣ ਹੋ ਗਏ, ਕਿਉਂਕਿ ਏਕੋ ਸੁਆਮੀ ਆਹਿਆ ਜੀਓ, ਇੱਕੋ ਪਰਮਾਤਮਾ ਨੂੰ ਚਾਹਿਆ, ਇਸ ਕਰਕੇ ਇਹ ਸੱਜਣ ਬਣ ਗਏ। ਸਾਧ ਸੰਗਤ ਜੀਓ, ਮੈਂ ਦੇਖਿਆ ਕਈ ਵਾਰੀ ਕੋਈ ਬੰਦੇ ਦਾ ਜੀਵਨ ਭੈੜਾ ਹੁੰਦਾ, ਚੋਰ ਡਾਕੂ ਹੁੰਦਾ, ਉਹ ਲੁਟੇਰਾ ਹੁੰਦਾ। ਕਈ ਵਾਰੀ ਕੀ ਹੁੰਦਾ, ਆਪਣੇ ਇੰਡੀਆ ਦੇ ਇਤਿਹਾਸ ਦੇ ਵਿੱਚ ਵੀ ਆਇਆ, ਫਿਰ ਉਹ ਕਈ ਵਾਰੀ ਸਰਕਾਰ ਦੀ ਮੁੱਖ ਧਾਰਾ 'ਚ ਆ ਕੇ ਉਹ ਵੋਟਾਂ ਦੇ ਵਿੱਚ ਖੜਾ ਹੋ ਜਾਂਦਾ, ਜਿੱਤ ਜਾਂਦਾ, ਮੰਤਰੀ ਬਣ ਜਾਂਦਾ। ਉਹੀ ਪੁਲਿਸ ਵਾਲੇ, ਉਹੀ ਪ੍ਰਸ਼ਾਸਨ ਜਿਹਨੇ ਉਹਦੇ ਸਿਰ 'ਤੇ ਮੁੱਲ ਰੱਖਿਆ ਹੋਇਆ ਸੀ, ਉਹ ਉਹਦੀ ਸੇਵਾ ਕਰਦੇ ਨੇ, ਉਹਦੇ ਰੱਖਿਅਕ ਬਣ ਜਾਂਦੇ ਨੇ, ਬਾਡੀਗਾਰਡ ਬਣ ਕੇ ਉਹਨੂੰ ਸਪੋਰਟ ਕਰਕੇ ਅੱਗੇ ਪਿੱਛੇ ਲੈ ਕੇ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਅਸੀਂ ਸੰਸਾਰਕ ਬੰਦੇ ਹਾਂ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰ ਹੀ ਸਤਾਉਂਦੇ ਨੇ ਸਾਨੂੰ। ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਕਰਦਿਆਂ ਪਰਮਾਤਮਾ ਦੇ ਦਰਬਾਰ ਦੇ ਕਿਸੇ ਉੱਚੇ ਮਰਾਤਬੇ ਦੇ ਉੱਤੇ ਸੁਸ਼ੋਭਿਤ ਹੋ ਜਾਵਾਂਗੇ, ਇਹ ਕਾਮ ਕ੍ਰੋਧ ਨੇ ਸਾਨੂੰ ਸਪੋਰਟ ਕਰਕੇ ਪਰਮਾਤਮਾ ਦੇ ਦਰਬਾਰ ਵਿੱਚ ਲੈ ਕੇ ਜਾਣਾ। ਇਹ ਸਾਡੇ ਸਹਾਇਕ ਬਣ ਜਾਣੇ ਨੇ ਇਹਨਾਂ ਨੇ। ਬਸ ਇਹੀ ਹੈ ਵੀ ਪਰਮਾਤਮਾ ਦੀ ਸਾਡੇ ਮਨ ਵਿੱਚ ਤਮੰਨਾ ਰਹਿਣੀ ਚਾਹੀਦੀ ਆ, ਉਹਦੀ ਭੁੱਖ ਰਹਿਣੀ ਚਾਹੀਦੀ ਆ। ਗਰੀਬ ਨਵਾਜ਼ ਅੱਗੇ ਕਹਿੰਦੇ ਨੇ, ਜੋ ਕਿਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਛੂ ਨਾ ਜਾਪੈ, ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਭਰਮ ਭੁਲਾਵਾ ਲਾਹਿਆ ਜੀਓ। ਜੋ ਕਿਛ ਕਰੇ ਸੋ ਆਪੇ ਆਪੈ, ਇਹਦਾ ਮਤਲਬ ਹੈ ਜੋ ਪਰਮਾਤਮਾ ਨੇ ਕੀਤਾ ਜਾਂ ਉਹ ਕਰ ਰਿਹਾ ਜਾਂ ਉਹ ਅੱਗੇ ਨੂੰ ਕਰੇਗਾ, ਉਹ ਆਪਣੇ ਆਪ ਕਰਦਾ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਸਾਧ ਸੰਗਤ ਜੀ, ਕਿਤੇ ਮੇਰੇ ਵਰਗੇ ਦੀ ਸਲਾਹ ਲੈਣ ਲੱਗ ਜੇ ਤਾਂ ਮੇਰੇ ਵਰਗਾ ਤਾਂ ਅੱਧੀ ਦੁਨੀਆ ਨੂੰ ਭੁੱਖਾ ਮਾਰ ਦੇ। ਕਿਉਂ? ਕਿਸੇ ਨਾਲ ਨਫ਼ਰਤ ਹੈ, ਕਿਸੇ ਨਾਲ ਈਰਖਾ ਹੈ, ਕਿਸੇ ਨਾਲ ਦੁਸ਼ਮਣੀ ਹੈ। ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਹੈ ਕਿ ਜੀ ਮੈਂ ਇੰਨੀਆਂ ਜੂਨਾਂ ਬਣਾ ਰਿਹਾ, ਆਹ ਜੂਨ ਨੂੰ 6 ਲੱਤਾਂ ਲਾ ਰਿਹਾ,
ਆਹ ਜੂਨ ਦੇ 2 ਲੱਤਾਂ ਲਾਈਆਂ ਨੇ, ਆਹ ਜੂਨ ਇੱਕੋ ਲੱਤ ਨਾਲ ਭੱਜੀ ਫਿਰਦੀ ਆ, ਆਹ ਭੂਤ ਪ੍ਰੇਤਾਂ ਦੇ ਕੋਈ ਲੱਤੇ ਨਹੀਂ ਲਾਈ ਹੋਈ, ਆਹ ਸੱਪ ਨੂੰ ਕੋਈ ਪੈਰੇ ਨਹੀਂ ਲਾਇਆ ਹੋਇਆ, ਉਹ ਇਹਦੇ ਬਦਲੇ ਉਹ ਜਿਹੜਾ ਖੰਜ ਖੰਜੂਰਾ ਹੁੰਦਾ ਹੈ ਉਸ ਦੇ ਸੈਂਕੜੇ ਲੱਤਾਂ ਹੁੰਦੀਆਂ ਨੇ, ਸੱਪ ਨੂੰ ਇੱਕ ਵੀ ਨਹੀਂ ਲਾਈ ਹੋਈ। ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਉਹ ਕਿਸੇ ਦੀ ਹੈਲਪ ਨਹੀਂ ਲੈਂਦਾ, ਕਿਸੇ ਦੀ ਮਦਦ ਨਹੀਂ ਲੈਂਦਾ। ਉਹ ਸਾਰਾ ਕੁਝ ਜੋ ਕਰਦਾ ਹੈ, ਚਾਹੇ ਉਹ ਸੂਖਮ ਹੋਵੇ, ਚਾਹੇ ਉਹ ਸਥੂਲ ਹੋਵੇ, ਚਾਹੇ ਜੜ ਹੋਵੇ ਜਾਂ ਚੇਤਨ ਹੋਵੇ, ਭਾਵ ਸਾਡੇ ਮਨ ਦੇ ਵਿੱਚ ਜੋ ਭਗਤੀ ਭਾਵ ਉਹਨੇ ਪੈਦਾ ਕਰਨਾ ਹੈ ਜਾਂ ਕਰੇਗਾ, ਉਹਨੇ ਕਿਸੇ ਦੀ ਸਲਾਹ ਨਹੀਂ ਲੈਣੀ ਕਿ ਜੀ ਮੈਂ ਫਲਾਣੇ ਬੰਦੇ ਦੇ ਅੰਦਰ ਸ਼ਰਧਾ ਪੈਦਾ ਕਰਨ ਲੱਗਿਆ ਜਾਂ ਫਲਾਣੇ ਬੰਦੇ ਦੇ ਅੰਦਰ ਪ੍ਰੇਮ ਪੈਦਾ ਕਰਨ ਲੱਗਿਆ। ਜਦੋਂ ਕਿਸੇ ਦੇ ਅੰਦਰ ਉਹ ਬੁਰਾਈ ਪੈਦਾ ਕਰਦਾ ਤਾਂ ਉਹ ਤਾਂ ਵੀ ਸਲਾਹ ਨਹੀਂ ਲੈਂਦਾ। ਉਹ ਪਰਮਾਤਮਾ ਆਪਣੇ ਆਪ ਹੀ ਸਾਰਾ ਕੁਝ ਕਰ ਰਿਹਾ ਹੈ। ਬੁੱਧ ਸਿਆਣਪ ਕਿਛੂ ਨਾ ਜਾਪੈ। ਸਾਧ ਸੰਗਤ ਜੀ, ਇਹ ਗੱਲਾਂ ਨੂੰ ਸਮਝਣ ਵਾਸਤੇ, ਪਰਮਾਤਮਾ ਦੀ ਲੀਲਾ ਨੂੰ ਸਮਝਣ ਵਾਸਤੇ ਸਾਡੀ ਇਹ ਚਤੁਰਾਈ, ਸਾਡੀ ਇਹ ਬੁੱਧੀ, ਸਾਡੀ ਸਿਆਣਪ, ਸਾਡੀ ਅਕਲ ਕੁਛ ਵੀ ਨਹੀਂ ਜਾਣਦੀ। ਅਸੀਂ ਤਾਂ ਨਾ ਆਪਣੇ ਅੰਦਾਜ਼ੇ ਨਾਲ ਗੱਲਾਂ ਕਰਦੇ ਹਾਂ। ਜਿਹੜੇ ਸੰਸਾਰੀ ਬੰਦਿਆਂ ਨੂੰ ਮੈਂ ਗੱਲਾਂ ਕਰਦਿਆਂ ਸੁਣਿਆ, ਕਹਿੰਦੇ ਜੀ ਇਹ ਬਾਬਾ ਦੀਪ ਸਿੰਘ ਦਾ ਕਹਿੰਦੇ ਸਿਰ ਸੁਰ ਕੋਈ ਨਹੀਂ ਵੱਢਿਆ ਸੀ, ਉਹ ਤਾਂ ਉਹ ਮਾੜਾ ਜ਼ਖਮ ਹੋਇਆ ਸੀ, ਉਹ ਤਾਂ ਬਸ ਹੱਥ ਦਾ ਸਹਾਰਾ ਦੇ ਲਿਆ। ਦੱਸੋ, ਫਿਰ ਉਹਨੂੰ ਕਹੇ ਵੀ ਬਾਬਾ ਬਿਧੀ ਚੰਦ ਜੀ ਭੱਠੀ 'ਚ ਬੈਠ ਗਏ। ਉਹ ਨਹੀਂ ਜੀ, ਉਹ ਤਾਂ ਭੱਠੀ ਦੇ ਨਾ ਉਹ ਝੋਕੇ ਵਾਲੇ 'ਚ ਲੁਕ ਗਏ ਸੀ, ਜਿੱਥੇ ਉਹਨਾਂ ਦਾ ਉਹ ਰੱਖਿਆ ਹੁੰਦਾ ਹੈ ਆਪਣਾ, ਉੱਥੇ ਸੀ। ਭਾਵ ਗੁਰੂਆਂ ਨੂੰ, ਗੁਰੂ ਦੇ ਪਿਆਰਿਆਂ ਨੂੰ ਸਿਰਫ ਆਪਣੇ ਵਰਗੇ ਬੰਦੇ ਜਾਣਦਿਆਂ ਹੋਇਆਂ, ਕਿਉਂਕਿ ਅਸੀਂ ਭੁੱਖ ਤੇ ਦੇ ਅਧੀਨ, ਅਸੀਂ ਕਾਮ ਕ੍ਰੋਧ ਦੇ ਅਧੀਨ, ਸਾਨੂੰ ਲੱਗਦਾ ਇਹ ਗੁਰੂ ਪੀਰ, ਇਹ ਗੁਰੂ ਕੇ ਪਿਆਰੇ, ਗੁਰਸਿੱਖ ਗੁਰਮੁਖ ਇਹ ਵੀ ਇਹਨਾਂ ਚੀਜ਼ਾਂ ਦੇ ਅਧੀਨ ਨੇ। ਸਾਧ ਸੰਗਤ ਜੀ ਨਹੀਂ, ਉਹਨਾਂ ਦਾ ਨਾ ਭੁੱਖ ਸਤਾਉਂਦੀ ਹੈ ਨਾ ਤੇਹ ਸਤਾਉਂਦੀ ਹੈ। ਉਹ ਤਾਂ ਸੰਸਾਰਕ ਕਿਰਿਆ ਇੱਕ ਮਨੁੱਖੀ ਸਰੀਰ ਦੀ ਮਰਿਆਦਾ ਨੂੰ ਨਿਭਾਉਣ ਵਾਸਤੇ ਕਰਦੇ ਨੇ, ਉਹਨਾਂ ਨੂੰ ਲੋੜ ਨਹੀਂ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਿੰਨੇ ਦਿਨ ਕੋਈ ਛਕਦੇ ਨਹੀਂ ਸੀ, ਫਿਰ ਵੀ ਮੂੰਹ ਤੇ ਲਾਲੀਆਂ ਸੀ। ਚਲੋ ਗੁਰੂ ਨਾਨਕ ਦੇਵ ਮਹਾਰਾਜ ਤਾਂ ਸਰਬ ਸ਼ਕਤੀਮਾਨ ਸੀ। ਇੱਥੇ ਵੀ ਇੱਕ ਬੀਬੀ ਹੈ, ਇੱਕ ਚੌਂਕੜੇ ਅਖੰਡ ਪਾਠ ਸਾਹਿਬ ਕਰਦੀ ਹੈ, ਉਹ 2 ਦਿਨ 3 ਦਿਨ ਲਗਾਤਾਰ ਬੈਠੀ ਰਹਿੰਦੀ ਹੈ, ਨਾ ਵਾਸ਼ਰੂਮ ਜਾਂਦੀ ਹੈ, ਨਾ ਖਾਂਦੀ ਹੈ, ਨਾ ਪੀਂਦੀ ਹੈ। ਜਦੋਂ ਉਹ ਭੋਗ ਪਾ ਕੇ ਉੱਠਦੀ ਹੈ ਤਾਂ ਉਹਦੇ ਮੂੰਹ ਤੋਂ ਵੀ ਲਾਲੀਆਂ ਝਗੜਦੀਆਂ, ਉਹਦੇ ਮੂੰਹ ਤੇ ਵੀ ਲਾਲੀ ਹੁੰਦੀ ਹੈ। ਕਿਉਂ? ਕਿਉਂਕਿ ਇਹਨਾਂ ਚੀਜ਼ਾਂ ਤੋਂ ਉੱਪਰ ਹੋ ਗਏ, ਇਹਨਾਂ ਚੀਜ਼ਾਂ ਤੋਂ ਉੱਪਰ ਹੋ ਗਏ। ਹਾਂ, ਅਸੀਂ ਨਾ ਜਿਵੇਂ ਚੋਰ ਨੂੰ ਸਾਰੇ ਚੋਰ ਲੱਗਦੇ ਨੇ, ਅਸੀਂ ਕਾਮ ਕ੍ਰੋਧ ਦੇ ਅਧੀਨ ਆ। ਸਾਨੂੰ ਇਹ ਲੱਗਦਾ ਸਾਡੇ ਗੁਰੂ ਪੀਰ ਵੀ ਪਤਾ ਨਹੀਂ ਕਾਮ ਕ੍ਰੋਧ ਦੇ ਅਧੀਨ ਹੋਣਗੇ, ਪਤਾ ਨਹੀਂ ਉਹਨਾਂ ਨੂੰ ਵੀ ਭੁੱਖ ਤੇ ਲੱਗਦੀ ਹੋਏਗੀ। ਸਾਧ ਸੰਗਤ ਜੀ, ਉਹਨਾਂ ਨੂੰ ਭੁੱਖ ਨਹੀਂ ਲੱਗਦੀ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ ਸੀ ਜੀ ਤੁਹਾਨੂੰ ਭੁੱਖ ਨਹੀਂ ਲੱਗਦੀ? ਉਹ ਕਹਿੰਦੇ ਨਹੀਂ ਭਾਈ, ਸਾਡੀ ਸਿੱਖੀ ਸੇਵਕੀ ਬਹੁਤ ਹੈ ਸੰਸਾਰ ਦੇ ਵਿੱਚ। ਜਦੋਂ ਕੋਈ ਸਿੱਖ ਭੋਜਨ ਛਕਦਾ ਹੈ ਤਾਂ ਉਹ ਸਾਨੂੰ ਕਹਿੰਦਾ ਵੀ ਮਹਾਰਾਜ ਆਓ ਕਿਰਪਾ ਕਰੋ, ਭੋਗ ਲਾਓ, ਤੁਹਾਡਾ ਦਿੱਤਾ ਖਾ ਰਿਹਾ। ਉਹਦਾ ਹਿੱਸਾ ਸਾਡੇ ਕੋਲ ਆ ਜਾਂਦਾ ਹੈ। ਇੱਕ ਕਥਾ ਮੈਂ ਪਹਿਲਾਂ ਬਹੁਤ ਪੁਰਾਣੀ ਪੜ੍ਹੀ ਸੀ। ਭਾਦਰੋਂ ਦਾ ਮਹੀਨਾ, ਇਹ ਹਿੰਦੂ ਵੀਰ ਭਾਦਰੋਂ ਦੀ ਪੂਰਨਮਾਸ਼ੀ ਹੁੰਦੀ ਹੈ ਸ਼ਾਇਦ, ਹਾਂ, ਉਹਨੂੰ ਗੁਰੂ ਪੁੰਨਿਆ ਦੇ ਤੌਰ 'ਤੇ ਮਨਾਉਂਦੇ ਨੇ। ਸਾਲ ਦੇ ਵਿੱਚ ਇੱਕ ਦਿਨ ਗੁਰੂ ਦਾ, ਜਿਵੇਂ ਅੱਜ ਮਦਰ ਡੇ ਹੈ, ਕਿਤੇ ਫਾਦਰ ਡੇ ਹੁੰਦਾ, ਉਹਨਾਂ ਨੇ ਇਸ ਇੱਕ ਉਹ ਪੂਰਨਮਾਸ਼ੀ ਨੂੰ ਗੁਰੂ ਪੁੰਨਿਆ ਮੰਨਿਆ ਹੋਇਆ। ਗੁਰੂ ਪੁੰਨਿਆ ਦਾ ਦਿਨ, ਭਗਵਾਨ ਕ੍ਰਿਸ਼ਨ ਜਮਨਾ ਦੇ ਕਿਨਾਰੇ ਇਹ ਮਥੁਰਾ ਬਿੰਦਰਾਵਨ ਦੇ ਵਿੱਚ ਭਾਗ ਲਾ ਰਹੇ ਨੇ। ਗੋਪੀਆਂ ਨੇ ਆ ਕੇ ਕਿਹਾ, ਭਗਵਾਨ ਜੀ, ਗੁਰੂ ਇਹ ਜਮਨਾ ਦੇ ਪਰਲੇ ਪਾਸੇ ਬੈਠੇ ਹੋਏ ਨੇ, ਕਿਉਂਕਿ ਪਹਾੜਾਂ 'ਚ ਮੀਂਹ ਜ਼ਿਆਦਾ ਪੈ ਗਿਆ, ਜਮਨਾ ਦੇ ਵਿੱਚ ਉਫਾਨ ਆਇਆ ਹੋਇਆ, ਹੜ੍ਹ ਆਇਆ ਹੋਇਆ, ਆਪਣੇ ਕਿਨਾਰਿਆਂ ਤੋਂ ਬਾਹਰ ਹੋ ਕੇ ਚੱਲ ਰਹੀ ਹੈ। ਅਸੀਂ ਉਹਨਾਂ ਨੂੰ ਭੋਗ ਲਵਾ ਕੇ ਆਉਣਾ। ਗੱਲ ਨੂੰ ਜਰਾ ਸਮਝਣਾ, ਧਿਆਨ ਨਾਲ ਸੁਣਨਾ, ਸਮਝਣਾ। ਉਹ ਕਹਿੰਦੇ ਤੁਸੀਂ ਐਂ ਕਰੋ, ਜਾਓ ਜਮਨਾ ਦੇ ਕਿਨਾਰੇ ਖੜੀਆਂ ਹੋ ਕੇ ਇਹ ਕਹੋ ਕਿ ਜੀ ਸਾਨੂੰ ਕ੍ਰਿਸ਼ਨ ਬ੍ਰਹਮਚਾਰੀ ਨੇ ਭੇਜਿਆ, ਹੇ ਜਮਨਾ ਸਾਨੂੰ ਰਸਤਾ ਦੇ ਦੇ। ਉਹਨਾਂ ਨੇ ਕੋਈ ਸ਼ੰਕਾ ਨਹੀਂ ਕੀਤੀ। ਉਹਨਾਂ ਨੇ ਕਿਨਾਰੇ 'ਤੇ ਜਾ ਕੇ ਆਪਣੀਆਂ ਥਾਲੀਆਂ ਦੇ ਵਿੱਚ ਜੋ ਖਾਣ ਪੀਣ ਦਾ ਸਮਾਨ ਸੀ, ਭੋਜਨ ਸੀ, ਉਹ ਲਿਆ, ਕੱਪੜਿਆਂ ਨਾਲ ਢੱਕੀਆਂ। ਜਮਨਾ ਦੇ ਕਿਨਾਰੇ ਹੋ ਕੇ ਸਾਰੀਆਂ ਨੇ ਇੱਕੋ ਜ਼ਬਾਨ ਹੋ ਕੇ ਆਖਿਆ, ਹੇ ਜਮਨਾ, ਸਾਨੂੰ ਕ੍ਰਿਸ਼ਨ ਭਗਵਾਨ ਬ੍ਰਹਮਚਾਰੀ ਨੇ ਭੇਜਿਆ, ਸਾਨੂੰ ਰਸਤਾ ਦੇ ਦਿਓ।
तो वो कहने जमुना ने रस्ता देता, पानी दो हिस्सों च पट गया, वो अपनियां लंघ गई। वो बड़ियां हैरान ने भी ये भगवान सानू सारियां नू भोगदे ने, ये ब्रह्मचारी चलो कहनियां भी ਇਹਦਾ मतलब कोई सच्चाई जरूर है, साडे समझण दे विच फर्क है, पर वो ਇਹਦੇ ਵਿੱਚ सच्चाई जरूर है, तां सानू जमुना ने रस्ता दिता है। अगे वो गुरु कोल गईयां ने, गुरु समाधि दे विच ने, तां जिहड़ा मुख चेला सी गड़वई उहने कहा जी ऐदां करके ये आईयां ने बीबियां गोपियां तुहानू भोग लवाउण वास्ते अज गुरु पुन्ने। कहने वो थालियां लैके अगे हुंदियां गईयां, वो थाली लैके ऐदां ही मूँह दे विच उलटाउंदे सी, ढकार नहीं मारदे सी। 360 थालियां खा के ढकार नहीं मारी। उन्होंने बेनती की, गुरु जी जमुना दे विच हड़ आया होया है, साडे ते किरपा करो, असी परले बन्ने लंघ जाइए। उन्होंने कहा बीबी तुसी आईयां किवें सी? उन्होंने वो सारी गल दसी। असी भगवान कृष्ण के चरणों च बेनती की सी, भगवान कृष्ण ने यह कह के भेजा सी कि जमुना नू कहो कि सानू कृष्ण ब्रह्मचारी ने भेजा तो सानू रस्ता दे दे जमुना। उन्हें रस्ता देता। वो कहने जाओ बेटियो हुण तुसी ये कहना जमुना नू जाके, हे जमुना सानू पौण आहारी गुरु ने भेजे। वो बड़ियां हैरान भी 360 थालियां खा के बाबे ने ढकार नहीं मारी, ये पौण आहारी काहदा हो गया? वो कहनियां शंका नहीं करनी, मन च सारियां भी शंका नहीं करनी। वो कहनियां सत वचन महापुरखों किरपा रखनी। कहते कोई नहीं बेटा किरपा रहूगी, तुसी जाके जमुना नू यही गल कहनी है। वो जदों आईयां देखा जमुना घुम्मण घेरियां नाल पानी जा रहा है, ऐन पूरा छल्लां बहुत जोर नाल जा रही ने। उन्होंने इक्को जवान होके कहा, हे जमुना सानू गुरु पौण आहारी ने भेजा, सानू रस्ता दे। उन्हें रस्ता देता तो फिर लंघे नहीं। वो बड़ियां हैरान ने बई ना भगवान कृष्ण ब्रह्मचारी ना गुरु पौण आहारी, ये चक्कर की आ? ये गल साडी समझ च नहीं है जी। भगवान कृष्ण कोले गईयां ने, भगवान कृष्ण नू सारी गल समझाई। भगवान कृष्ण सानू शंका तां नहीं पूरी, पर थोड़ी बहुती शंका हैगी आ बई तुसी ब्रह्मचारी किवें होए, वो 360 थालियां खाण वाला पौण आहारी किवें होया? भगवान कृष्ण ने कहने गोपियां वाल मेहर की निगाह नाल देखिया। की देखते हैं? भगवान कृष्ण तो उन्होंने भोगते नहीं है, वो तो अलिप्त ने, सब घट भोग वह अलिप्त रहा। कमाल है। फिर वो थालियां जो देखदियां ने कि वो थाली का मूँह च उल्टती जरूर नज़र आती है, पर जेड़े गुरु के चेले गुरु के लई भुखे तिहाए बैठे ने, दूर पार दराडे, कोई जंगलों दियां गुफावां च बैठा है, पहाड़ों दियां कंदरां च बैठा है, तो यह सारा भोजन उन्होंने जा रहा। कमाल है यार, गुरु ने बाकी नहीं खादा कुछ, मूँह उन्हों का तो जा रहा चेलियां नूं। जे मैं कूंज खांदी इत्थे है तो वह भोजन का ताकत, भोजन का सत वो साई वेरगे दे विच बैठे उहदे बच्चों नूं मिल जाता। हुण गुरु महाराज यही कह रहे हैं, कहते साडी बुद्ध सियाणप परमात्मा की लीला नूं समझण वास्ते, उन्हां दे कारनामिਆਂ नूं समझण वास्ते साडी बुद्ध सियाणप कुछ नहीं काम करदी हैगी। साध संगत जी असल दे विच धर्म उत्थों शुरू हुंदा है जिथे मनुख की अकल दे खंभ झड़ जांदे ने। जिन्नी देर मन दे विच सियाणप रहिंदी है, क्यों भाई वीर सिंह कहंदे ने, क्यों होया ते किकू होया, खप खप मूए सियाणे, होशां नालों मस्ती चंगी रखदी सदा टकाने। ये किवें होया, ये क्यों होया, ये नहीं होना चाहिदा सी, बस असीं इन्हां गल्लां 'च ही खपी जांदे आ। आपणियां संतां नूं आप सहाई, प्रभ भरम भुलावा लाहिया जीओ। कहते वो अपने संतां दे अंग संग सहाई हुंदा। अपने संतां दे, मैं अज ये पढ़ रहा सी, अज किसी ने पोस्ट पाई, बाबा प्रीतम सिंह जी अंबे माजरे वाले, मन दे विच करतारपुर साहिब के दर्शनां दा चाओ पैदा होया। जदों देखिया रावी का पानी बड़ा चढ़िया होया, कहते उन्होंने अरदास की, रावी का पानी घट गया, जाके करतारपुर साहिब के दर्शन किए, दर्शन करके आनंद लिया।
इन्हें नूं पाकिस्तान की जिहड़ी है फौज मिलटरी उन्होंने देख लिया कि बंदा बॉर्डर टप के आया। कहते उन्होंने देखा भी इनू फड़ो, फड़ दिया। कहते भी इनू मनाइए किवें। उन्होंने कहा भी मेरा होर कोई मकसद नहीं, मैं तो इत्थे ही आया सी भी बस इदां सी। वो फिर हुण कित्थे मनदे ने सरकार दे बंदे, उन्होंने होर शक हुंदी आ क्योंकि वो किहड़ा ब्रह्म ज्ञानी हुंदे ने। ब्रह्म ज्ञानी की गत ब्रह्म ज्ञानी जाने, वो किहड़ा जानते ने। वो कहने भी ऐं करो, ऐ नहीं मनना इन्हें। ये सिख नूं ना सब तो वध प्यारे उहदे केस हुंदे ने। साध संगत जी जिहड़े सिख ने केस त्यागते, इहदा मतलब सिख कोई नहीं हैगा। सिख दे तां नक्क ते भी ना जे बाल उगे होण। मैं कई आ बीबियां भैणां दे दाड़ी उगी हुई देखी है बजुर्ग मातावां दे, वो कोई छेड़छाड़ खानी नहीं करदियां। जिहड़ा सिख केसां नाल छेड़छाड़ कर रहा है, कोई मोमबत्ती की फलेम नाल उन्हां नूं छोटे कर रहा है, कोई तौलीए नाल रगड़ रगड़ के उन्हां नूं छोटे कर रहा है, कोई होर तरीका वरत रहा है, कोई कैमीकल वरत रहा है, इहदा मतलब सिख कोई नहीं हैगा। हुण वो कहते भी सिख नूं ਉਹਦੇ केस बहुत प्यारे हुंदे ने, इन्हां दे केस कतल कर दिओ, ये फिर मन्नो। कहते महाराज ने इन्हां बाबा अंबे माजरे ने बेनती की, कलगियां वालिया सिखी केसां सुआसां नाल निभणी चाहीदी है, सतगुरु दया करो, इन्हां ਜ਼ਾਲਮਾਂ ਦਾ कोई पता नहीं। कहते केस ਉਹੀ भाई तारू सिंह वांग लोहे ਦੀਆਂ ਤਾਰਾਂ बन गई। ਉਹਨਾਂ ਨੂੰ फिर देख लिया भी वो ਇਹ ਤਾਂ ਜ਼ਾਹਰਾ पीर है, ਇਹ ਤਾਂ बड़ा, क्योंकि मुसलमान ना करामात ਨੂੰ बहुत ज़्यादा मानते हैं। बेशक वो करामात नहीं दिखाई, वो सोते सीधे करामात होगी, पर उन्होंने फिर कहने भी तो ਜ਼ਾਹਰਾ पीर है, मत्थे टेक के बड़े सत्कार नाल फिर वापस छड्ड के गए। वो अपने संतां नूं आप सहाई हुंदा है। साध संगत जी सहाई तां वो साडे वर्गे बेनती कर देण। एक पोस्ट पाई सी किसी ने कि एक बीबी अमरधारी बीबी अमेरिका दे विच रहिंदी सी। वो मतलब किरपान उहने पाई, कड़े 3-4 कड़े पाए हुए उहने। एक कोई गोरी उहदी सहेली सी, उहदी गोरी सहेली ने उहनूं पुछया कड़ियां वाला इशारा करके, कहनी ये की है। उहने दस्सिया भी ये कड़े ने आयरन बैंगल ने, ये मेरे गुरु के प्यार की निशानी ने। वो बीबी अंग्रेज बीबी ने पूछया गोरी ने भी ये तुहाडा गुरु कौन है। उन्हें दस्सिया भी ये गुरु गोबिंद सिंह महाराज है। उन्हें सानू ये 5 ककारी यूनीफॉर्म दिती है, ये केस, ये कड़ा, ये किरपान, ये कशहरा, ये कंगा, ये सब उहदे प्यार की निशानी ने। वो कहनी भी ये भैन तू मैनू एक दे दे। उन्हें एक कड़ा लाया, वो अंग्रेज बीबी नूं कड़ा देता। कहनी भी फिर ये हुण की करूगा। कहनी भी देख जिथे तेनों कोई विपता पैंदी है, भीड़ पैंदी है, गुरु नूं याद करी, जिथे हर आराधी है तिथे हर मित सहाई, उत्थे सहाई हो जाऊगा। चलो खैर उन्हें बीबी ने पा के रखा, काफ़ी समा लंघिया। एक दिन वो बीबी रात की शिफ्ट ला के आ रही है। जो अपनी गड्डी पार्क के विचों लैण वास्ते आ रही है तो उन्हें की देखा, 2-3 काले हबशी, उन्होंने शराब पीती हुई है, वो खड़े ने रस्ते दे विच। वो बीबी क्योंकि ये लेडीज़ कोले 6 सेंसिस हुंदियां ने, उन्होंने समझदियां देर नहीं लगी कि ये बदमाश ने, इन्हां ने मेरी इज्जत लुटनी है, मैनू परेशान करना है। हुण कुदरती देखो जो कोई चंगी किस्मत हुंदी है, उन्होंने वो कड़ा याद आ गया। उन्हें कड़े वल उन्होंने मूँह नाल चुम्मिया कड़े नूं ते कहा, हे गुरु गोबिंद सिंह महाराज, मेरी सहेली ने यह कहा सी तुसी अपना सब थाई होए सहाय हो, तुसी हुण मेरी रक्षा करो। ये लुच्चे लंडे लोग खड़े ने अगे, बंदबाश ने, इन्हां ने मेरी इज्जत लुटनी है। महाराज तुसी मेरे ते दया करो, हुण किरपा करो। देखो मैं तां तुहानूं जाणदी नहीं, पर तुसीं तां अंतरजामी हो, तुसीं तां मैनूं जाणदे हो। मैनूं मेरी सहेली ने यही दस्सिया होया। साध संगत जी वो बीबी दे कोल दी लंघे ने, वो बीबी नूं कुछ भी नहीं कहा। वो बीबी ने अपनी गड्डी लई, गड्डी लैके घर आई है, घर आके सुती है। सो के जो सवेरे अखबार चक्या तो उन्हें देखा उही बंदे पुलिस ने पकड़े हुए ने, ते वो कहनी भी तो उही बंदे ने। वो क्योंकि अंग्रेज टैक्नीकल माइंड के बंदे होंदे ने। उन्हें अपना जो चाह पानी लैना सी लिया, गड्डी चक्की, वो सीधी थाने पहुँच गई। वो पुलिस अफसर नूं कहदी भी मैं इन्हां बंदिआं नूं मिलना चाहुंदी हाँ। उन्हें पूछा भी ये तेरे फ्रेंड ने, कहनी नहीं, आ जाओ तुसीं मेरे नाल आ जाओ, मैं तुहाडे सामने सारा कुछ पुछूंगी।
ਉਹ ਚਲੋ ਉਹ ਬੀਬੀ ਦੀ ਮੁਲਾਕਾਤ ਕਰਵਾਤੀ। ਉਹ ਬੀਬੀ ਨੇ ਪੁੱਛਿਆ ਤੁਸੀਂ ਰਾਤ ਖੜੇ ਸੀ? ਕਹਿੰਦੇ ਹਾਂ ਅਸੀਂ ਹਾਂ। ਕਹਿੰਦੇ ਵੀ ਫਿਰ ਤੁਸੀਂ ਮੇਰੇ ਵੱਲ ਆ ਰਹੇ ਸੀ ਵਾਧੇ, ਵੀ ਫਿਰ ਤੁਸੀਂ ਮੈਨੂੰ ਕਿਉਂ ਨਹੀਂ ਕੁਛ ਕਿਹਾ? ਉਹ ਕਹਿੰਦੇ ਵੀ ਆਪਣਾ ਸੀ ਤੈਨੂੰ ਕੀ ਕਹਿੰਦੇ? 4-5 ਬੰਦੇ ਲੰਬੇ ਲੰਬੇ ਕੁੜਤਿਆਂ ਵਾਲੇ, ਲੰਬੀਆਂ ਲੰਬੀਆਂ ਦਾੜੀਆਂ ਵਾਲੇ, ਉੱਚੇ ਉੱਚੇ ਦਮਾਲਿਆਂ ਵਾਲੇ, ਬੜੇ ਬੜੇ ਬਰਸ਼ੇ ਕਿਰਪਾਨਾਂ ਪਾਈ ਤੇਰੇ ਆਲੇ ਦੁਆਲੇ ਖੜੇ ਸੀ। ਇੱਕ ਤਾਂ ਉਹਨਾਂ ਦੇ ਵਿੱਚੋਂ ਇਹ ਸੀ ਕਿ ਸੂਰਜ ਵੱਲ ਜਿਵੇਂ ਆਪਾਂ ਦੇਖ ਨਹੀਂ ਸਕਦੇ ਨਾ, ਉਹਨਾਂ ਦੇ ਮੂੰਹ ਵੱਲ ਤਾਂ ਦੇਖਿਆ ਵੀ ਨਹੀਂ ਜਾਂਦਾ ਸੀ। ਇੱਕ ਤਾਂ ਉਹਨਾਂ 'ਚ ਇਹੋ ਜਿਹਾ ਸੀ, 5-7 ਬੰਦੇ ਤੇਰੇ ਆਲੇ ਦੁਆਲੇ ਖੜੇ ਸੀ, ਅਸੀਂ ਤੇਰੇ ਨਾਲ ਪੰਗਾ ਲੈ ਕੇ ਮਰਨਾ ਸੀ। ਬਸ ਉਹ ਬੀਬੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਔਰ ਪ੍ਰੇਮ ਦੇ ਵਿੱਚ ਅਥਰੂ ਬਹਾਉਂਦੀ ਬਾਹਰ ਆਈ। ਸਾਧ ਸੰਗਤ ਜੀ, ਆਪਣੇ ਸੰਤਾਂ ਦੀ ਕਦੀ ਪਿੱਠ ਨਹੀਂ ਲੱਗਣ ਦਿੰਦਾ। ਆਪਣੇ ਸੰਤਾਂ ਨੂੰ ਉਹ ਆਪ ਸਹਾਈ ਹੁੰਦਾ। ਪ੍ਰਭ ਭਰਮ ਭੁਲਾਵਾ ਲਾਹਿਆ ਜੀਓ। ਪਰਮਾਤਮਾ ਆਪਣੇ ਸੰਤਾਂ ਦੇ ਇਹ ਸੰਸਾਰਕ ਭਰਮ ਅਤੇ ਭੁਲੇਖੇ ਦੂਰ ਕਰ ਦਿੰਦਾ ਕਿ ਮੈਂ ਤੁਹਾਡੇ ਨਾਲ ਹਾਂ, ਤੁਸੀਂ ਭੁਲੇਖੇ 'ਚ ਨਾ ਪਿਓ। ਸੰਤਾ ਭੁਲੇਖਾ ਰੱਬ ਯਾਰ ਪਤਾ ਨਹੀਂ ਕਿੱਥੇ 7ਵੇਂ ਅਸਮਾਨ 'ਚ ਬੈਠਾ ਹੈ, ਪਤਾ ਨਹੀਂ ਸਾਡਾ ਕੰਮ ਕਰੂਗਾ ਜਾਂ ਨਾ ਕਰੂਗਾ, ਪਤਾ ਨਹੀਂ ਸਾਡੇ ਜਿਹੜਾ ਹੈ ਸਾਡੀ ਰੱਖਿਆ ਕਰਨੀ ਆ ਜਾਂ ਨਹੀਂ ਕਰਨੀ। ਤਾਂ ਭਰਮ ਭੁਲੇਖਿਆਂ 'ਚ ਪਏ ਹੋਇਆ। ਉਹਨੇ ਸੰਤਾਂ ਦਾ ਭਰਮ ਭੁਲੇਖਾ ਲਾਤਾ ਕਿ ਮਿੱਤਰਾ ਤੂੰ ਹੁਣ ਭੱਠੀ 'ਚ ਬਹਿ ਜਾ, ਮੈਂ ਤੇਰੇ ਨਾਲ ਹਾਂ, ਤੂੰ ਚਰਖੜੀ ਤੇ ਚੜ੍ਹ ਜਾ, ਤੈਨੂੰ ਪੀੜਾ ਨਹੀਂ ਹੋਊਗੀ, ਤੂੰ ਉੱਬੜਦੀ ਦੇਗ 'ਚ ਬਹਿ ਜਾ, ਤੇਰਾ ਦੁੱਖ ਮੈਂ ਸਹਾਰਾਂਗਾ। ਅੱਗੇ ਗਰੀਬ ਨਵਾਜ਼ ਫਰਮਾਉਂਦੇ ਨੇ, ਚਰਨ ਕਮਲ ਜਨ ਕਾ ਆਧਾਰੋ, 8 ਪਹਿਰ ਰਾਮ ਨਾਮ ਵਾਪਾਰੋ, ਸਹਿਜ ਆਨੰਦ ਗਾਵੇਂ ਗੁਣ ਗੋਬਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਪਰਮਾਤਮਾ ਦੇ ਦਾਸਾਂ ਦਾ, ਪਰਮਾਤਮਾ ਦੇ ਸੇਵਕ ਦਾ ਆਸਰਾ ਪਰਮਾਤਮਾ ਦੇ ਚਰਨ ਕਮਲ ਨੇ। ਸਾਧ ਸੰਗਤ ਜੀ, ਮਹਾਰਾਜ ਇੱਕ ਥਾਂ ਤੇ ਫਰਮਾਉਂਦੇ ਨੇ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਕਿਉਂਕਿ ਅਸੀਂ ਮਾਇਆ ਡੋਲਣੀ ਦਾ ਆਸਰਾ ਲੈਂਦੇ ਹਾਂ, ਇਸ ਕਰਕੇ ਅਸੀਂ ਡੋਲਦੇ ਰਹਿੰਦੇ ਹਾਂ। ਇਹ ਮਾਇਆ ਦੀਆਂ ਲਹਿਰਾਂ ਆਉਂਦੀਆਂ ਨੇ, ਜਿਵੇਂ ਸਮੁੰਦਰ ਦੇ ਵਿੱਚ ਕਿਸ਼ਤੀ ਹੁੰਦੀ ਆ, ਉਹ ਉੱਪਰ ਨੀਚੇ ਆਉਂਦੀ ਰਹਿੰਦੀ ਆ, ਕਿਉਂਕਿ ਜਦੋਂ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਨੇ, ਉਹ ਪਾਣੀ ਡੋਲਣ ਵਾਲੀ ਚੀਜ਼ ਹੈ, ਉਹਦਾ ਸਹਾਰਾ ਕਿਸ਼ਤੀ ਨੇ ਲਿਆ, ਉਹ ਵੀ ਡੋਲਦੀ ਰਹਿੰਦੀ ਹੈ। ਪਰ ਜੇ ਕੋਈ ਚਟਾਨ ਤੇ ਬੈਠ ਜਾਵੇ, ਉਹਨੇ ਕਿੱਥੇ ਡੋਲਣਾ ਫਿਰ? ਸਤਿਗੁਰੂ ਦੇ ਚਰਨ ਤਾਂ ਅਨੰਤ ਚਟਾਣਾ ਦਾ ਸੰਗਮ ਨੇ। ਜਿਹਨੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਲਿਆ, ਸਾਧ ਸੰਗਤ ਜੀ, ਚਾਹੇ ਉਹ ਧਰੂ ਹੈ, ਚਾਹੇ ਉਹ ਭਗਤ ਪ੍ਰਹਲਾਦ ਜੀ ਨੇ, ਚਾਹੇ ਉਹ ਭਗਤ ਕਬੀਰ ਜੀ ਵਰਗੇ ਨੇ, ਚਾਹੇ ਉਹ ਗੁਰਸਿੱਖ ਪਿਆਰੇ ਗੁਰੂ ਖਾਲਸੇ ਨੇ, ਬੰਦ ਕਟਵਾਉਣ ਵਾਲੇ, ਝਖੜੀਆਂ ਦੇ ਚੜ੍ਹਨ ਵਾਲੇ, ਫਿਰ ਉਹ ਬਿਲਕੁਲ ਨਹੀਂ ਡੋਲਦੇ, ਕਿਉਂਕਿ ਚਰਨ ਕਮਲਾਂ ਦਾ ਆਸਰਾ ਲੈ ਲਿਆ। 8 ਪਹਿਰ ਰਾਮ ਨਾਮ ਵਾਪਾਰੋ, ਉਹ 8 ਪਹਿਰ ਭਾਵ ਹਰ ਸਮੇਂ ਪਰਮਾਤਮਾ ਦੇ ਨਾਮ ਦਾ ਹੀ ਵਪਾਰ ਕਰਦੇ ਨੇ। ਆਪ ਜਪਦੇ ਨੇ, ਦੂਜਿਆਂ ਤੋਂ ਜਪਾਉਂਦੇ ਨੇ, ਉਹਨਾਂ ਦਾ ਜਪਿਆ ਹੋਇਆ ਫਿਰ ਆਪ ਸੁਣਦੇ ਨੇ। ਵਾਹਿਗੁਰੂ 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 ਵਾਹਿਗੁਰੂ, 8 ਪਹਿਰ ਜਪਦੇ ਨੇ, ਵਪਾਰ ਕਰਦੇ ਨੇ ਪਰਮਾਤਮਾ ਦੇ ਨਾਮ ਦਾ। ਸਾਧ ਸੰਗਤ ਜੀ, ਲਾਹਾ ਹੀ ਪਰਮਾਤਮਾ ਦੇ ਨਾਮ ਦਾ ਹੈ, ਬਾਕੀ ਤਾਂ ਸਾਰੀਆਂ ਚੀਜ਼ਾਂ ਘਾਟੇ ਵਾਲੀਆਂ ਨੇ। ਮੈਂ ਇੱਕ ਫਰਜ਼ ਕਰ ਲਓ, 5 ਸਵਾਸਾਂ ਦੇ ਵਿੱਚ ਹੀਰੇ ਮੋਤੀ ਵੀ ਲੈ ਲਵਾਂ ਨਾ, ਕੋਈ ਵੱਡੇ ਤਕੜੇ ਪੁਖਰਾਜ ਵਗੈਰਾ ਵੀ ਖੱਟ ਲਵਾਂ, ਸਾਧ ਸੰਗਤ ਜੀ, ਉਹ ਸਾਰੇ ਮੇਰੀ ਸਾਰੀ ਉਮਰ ਦੀ ਕੀਤੀ ਹੋਈ ਖੱਟੀ ਮੈਨੂੰ ਇੱਕ ਸਵਾਸ ਵੀ ਮੁੱਲ ਲੈ ਕੇ ਨਹੀਂ ਦੇ ਸਕਦੀ। ਇਹਦਾ ਮਤਲਬ ਘਾਟੇ ਵਾਲਾ ਸੌਦਾ ਹੈ। ਪਰਮਾਤਮਾ ਦਾ ਨਾਮ ਜਪਿਆ ਹੋਇਆ, ਸਾਧ ਸੰਗਤ ਜੀ, ਇਹ ਬੰਦੇ ਦੀ ਮਰਜ਼ੀ, ਚਾਹੇ ਉਹ ਕਿਲੋ ਤੱਕ ਮਰਜ਼ੀ ਜਾਉਣ ਤੇ, ਕਿੰਨੇ ਮਰਜ਼ੀ ਸਵਾਸ ਖਰੀਦ ਲੇ। ਸਹਿਜ ਆਨੰਦ ਗਾਵੇਂ ਗੁਣ ਗੋਬਿੰਦ। ਫਿਰ ਇਹ ਪਰਮਾਤਮਾ ਦੇ ਜਨ ਨੇ, ਜਿਹੜੇ ਜਿਨ੍ਹਾਂ ਨੇ ਚਰਨ ਕਮਲਾਂ ਦਾ ਆਸਰਾ ਲਿਆ ਹੈ, ਜਿਹੜੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ, ਉਹ ਤਾਂ ਕਹਿੰਦੇ ਅਡੋਲ ਅਤੇ ਆਨੰਦ ਦੀ ਅਵਸਥਾ ਦੇ ਵਿੱਚ ਰਹਿੰਦਿਆਂ ਹੋਇਆਂ ਗੋਬਿੰਦ ਦੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ। ਅਤੇ ਫਿਰ ਉਹਨਾਂ ਨੂੰ ਪਰਮਾਤਮਾ ਸਾਰੀਆਂ ਥਾਵਾਂ ਦੇ ਉੱਤੇ ਸਮਾਇਆ ਹੋਇਆ ਨਜ਼ਰ ਆਉਂਦਾ। ਮਹਿਸੂਸ ਨਹੀਂ ਹੁੰਦਾ। ਮਹਿਸੂਸ ਤਾਂ ਕਈ ਵਾਰੀ ਸਾਨੂੰ ਹੁੰਦਾ ਜੀ, ਸਾਡੇ ਪੈਰ ਤੇ ਕੀੜੀ ਚੜ੍ਹ ਰਹੀ ਹੈ, ਪਰ ਨਹੀਂ, ਉਹ ਕਈ ਵਾਰੀ ਸਾਡੀ ਨਾੜੇ ਉੱਦਾਂ ਦੀ ਕਰਦੀ ਹੁੰਦੀ ਹੈ, ਸਾਨੂੰ ਲੱਗਦਾ ਕਿ ਜੀ, ਫਿਰ ਆਪਾਂ ਦੇਖਦੇ ਵੀ ਕੀੜੀ ਕੂੜੀ ਕੋਈ ਨਹੀਂ ਹੈ, ਵੀ ਵੈਸੀ ਭੁਲੇਖਾ ਪੈ ਗਿਆ। ਉਹ ਤਾਂ ਉਹਨਾਂ ਨੂੰ ਪ੍ਰਤੱਖ ਤੌਰ ਤੇ ਦੀਂਦਾ ਸਾਰੀਆਂ ਥਾਵਾਂ ਦੇ ਉੱਤੇ। ਜਿਵੇਂ ਬਾਬਾ ਨਾਮਦੇਵ ਨੂੰ ਕੁੱਤੇ ਦੇ ਵਿੱਚ ਵੀ ਪਰਮਾਤਮਾ ਦਿਸ ਰਿਹਾ, ਭਾਈ ਸਾਹਿਬ ਭਾਈ ਕਨ੍ਹਈਆ ਸਿੰਘ ਜੀ ਨੂੰ ਹੁੱਕਾ ਪੀਣ ਵਾਲੇ ਮੁਸਲਮਾਨਾਂ ਦੇ ਵਿੱਚ
ਹਜਾਮਤਾਂ ਸਿਰ ਮੁੰਨੇ ਵਾਲੇ ਮੁਸਲਮਾਨਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿਦਾਰੇ ਹੋ ਰਹੇ ਨੇ, ਕਿਉਂਕਿ ਭੁਲੇਖਾ ਲਾਤਾ। ਅਡੋਲ ਅਵਸਥਾ 'ਚ ਨੇ, ਅਨੰਦ 'ਚ ਨੇ, ਸਾਰੀਆਂ ਥਾਵਾਂ ਦੇ ਉੱਤੇ ਪਰਮੇਸ਼ਰ ਨਜ਼ਰ ਆ ਰਿਹਾ। ਮਾਜ ਮਹਿਲਾ ਪੰਜਵਾਂ। ਸੋ ਸੱਚ ਮੰਦਰ ਜਿਤ ਸੱਚ ਧਿਆਈਐ, ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈਐ। ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਵਿਟੋ ਕੋ ਰਵਾਣੋ ਜੀਓ। ਸਾਹ ਸੰਗਰੀ ਸੋ ਪੁਲਿੰਗ ਨਾਲ ਲੱਗਦਾ ਆਮ ਤੌਰ ਤੇ, ਸਾ ਇਸਤਰੀ ਲਿੰਗ ਨਾਲ ਲੱਗਦਾ। ਆਪ ਜੀ ਕੋਲ ਪੋਥੀਆਂ ਨੇ, ਧਿਆਨ ਮਾਰ ਗਏ ਜਿੱਥੇ ਸੋ ਹੋਏਗਾ ਨਾ, ਜਿਵੇਂ ਸੋ ਸੱਚ ਮੰਦਰ, ਮੰਦਰ ਪੁਲਿੰਗ ਹੈ, ਧਰਤੀ ਇਸਤਰੀ ਲਿੰਗ ਹੈ, ਇੱਥੇ ਸਾਹ ਲੱਗਿਆ। ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਵਿਟੋ ਕੋ ਰਵਾਣੋ ਜੀਓ। ਸੱਚ ਵਡਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ। ਧਿਆਏ ਧਿਆਏ ਜੀਵੈ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜੀਓ। ਸੱਚ ਸਲਾਹਣ ਵਡਭਾਗਨ ਪਾਈਐ, ਗੁਰ ਪ੍ਰਸਾਦੀ ਹਰ ਗੁਣ ਗਾਈਐ। ਰੰਗ ਰਤੇ ਤੇਰਾ ਤੁਧ ਭਾਵੈ, ਸੱਚ ਨਾਮ ਨਿਸ਼ਾਨੋ ਜੀਓ। ਨਿਸ਼ਾਨੋ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਦੇ ਨੂੰ। ਸੱਚੇ ਅੰਤ ਨ ਜਾਣੈ ਕੋਈ, ਥਾਨ ਥਨੰਤਰ ਸੱਚਾ ਸੋਈ। ਨਾਨਕ ਸੱਚ ਧਿਆਈਆ ਸਦਹੀ, ਅੰਤਰ ਜਾਮੀ ਜਾਣੋ ਜੀਓ। ਗਰੀਬ ਨਵਾਜ ਸਾਡੇ ਗੁਰੂ ਦਾਦੇ ਕੇ ਵੀ ਗੁਰੂ ਦਾਦੇ ਫਰਮਾ ਰਹੇ ਨੇ, ਸੋ ਸੱਚ ਮੰਦਰ ਜਿਤ ਸੱਚ ਧਿਆਈਐ। ਅਸਲ ਦੇ ਵਿੱਚ ਉਹੀ ਸਦੀਵੀ ਮੰਦਰ ਹੈ। ਸਾਡਾ ਘਰ ਵੀ ਗੁਰਦੁਆਰਾ ਬਣ ਸਕਦਾ, ਜਿਵੇਂ ਭਾਈ ਗੁਰਦਾਸ ਨੇ ਲਿਖਣਾ, ਘਰ ਘਰ ਅੰਦਰ ਧਰਮਸ਼ਾਲ। ਸਾਧ ਸੰਗਤ ਧਰਮਸ਼ਾਲ ਕੀ ਹੈ? ਜਿੱਥੇ ਅਸੀਂ ਧਰਮ ਕਮਾਉਂਦੇ ਹਾਂ, ਜਿੱਥੇ ਅਸੀਂ ਨਾਮ ਜਪਦੇ ਹਾਂ, ਨਾਮ ਬਣਨ ਦਾ ਅਭਿਆਸ ਕਰਦੇ ਹਾਂ, ਬੇਈਮਾਨੀ ਨਹੀਂ ਕਰਦੇ, ਹੇਰਾ ਫੇਰੀ ਨਹੀਂ ਕਰਦੇ, ਪਾਪਾਂ ਬਕਾਰਾਂ ਤੋਂ ਬਚ ਕੇ ਰਹਿੰਦੇ ਹਾਂ, ਉਹੀ ਸੱਚਾ ਮੰਦਰ ਹੈ, ਸਦੀਵੀ ਮੰਦਰ ਹੈ। ਜਿਤ ਸੱਚ ਧਿਆਈਆ, ਜਿੱਥੇ ਸੱਚੇ ਪਰਮਾਤਮਾ ਨੂੰ ਧਿਆਇਆ ਜਾਂਦਾ ਹੈ, ਅਸਲ ਦੇ ਵਿੱਚ ਉਹੀ ਸਰੀਰ ਰੂਪੀ ਮੰਦਰ ਸੱਚਾ ਹੈ। ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈਐ। ਉਹ ਹਿਰਦਾ ਸੋਹਣਾ ਅਤੇ ਸੁਖਾਲਾ ਹੈ, ਜਿਹੜੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਹੁਣ ਅਸੀਂ ਆਪਣੇ ਹਿਰਦੇ ਵੱਲ ਝਾਤੀ ਮਾਰੀਏ। ਸਾਡੇ ਹਿਰਦੇ 'ਚ ਤਾਂ ਕਾਮ ਕ੍ਰੋਧ ਦੀਆਂ ਗੰਦੀਆਂ ਨਦੀਆਂ ਵਗਦੀਆਂ ਨੇ। ਸਾਡੇ ਅੰਦਰ ਤਾਂ ਤ੍ਰਿਸ਼ਨਾ, ਆਸ਼ਾਵਾਂ, ਈਰਖਾਵਾਂ, ਨਫ਼ਰਤਾਂ ਦੇ ਗੰਦੇ ਨਾਲੇ ਵਗਦੇ ਨੇ। ਅੱਗ ਦੇ ਭਾਂਬੜ ਮਚ ਰਹੇ ਨੇ ਸਾਡੇ ਅੰਦਰ ਤਾਂ। ਕਿਉਂ? ਕਿਉਂਕਿ ਅਸੀਂ ਉਹਦੇ ਗੁਣ ਨਹੀਂ ਗਾ ਰਹੇ। ਅਸੀਂ ਤਾਂ ਗੁਣ ਨਹੀਂ ਗਾ ਰਹੇ, ਤਾਂ ਨਫ਼ਰਤ ਦੇ ਵਿੱਚ ਸਾਡਾ ਭਰਾ ਸਾਥੋਂ ਵੱਧ ਅਮੀਰ ਕਿਵੇਂ ਹੋ ਗਿਆ, ਸਾਡੀ ਭੈਣ ਸਾਥੋਂ ਵੱਧ ਤਰੱਕੀ ਕਿਵੇਂ ਕਰ ਗਈ, ਸਾਡਾ ਗੁਆਂਢੀ ਦੇ ਕੋਲੇ 4 ਕਾਰਾਂ ਕਾਹਤੋਂ ਨੇ, ਮੇਰੇ ਕੋਲੇ 2 ਕਾਹਤੋਂ ਨੇ। ਸਾਡੇ ਅੰਦਰ ਤਾਂ ਇਹ ਕੁਛ ਚੱਲਦਾ, ਸੰਸਾਰ ਚੱਲਦਾ। ਅਸਲ ਦੇ ਵਿੱਚ ਕਹਿੰਦੇ ਉਹੀ ਹਿਰਦਾ ਮਣੇ ਹਿਰਦਾ, ਉਹੀ ਸੁਹੇਲਾ, ਉਹੀ ਸੁਖ ਵਾਲਾ ਹੈ, ਜਿਹੜੇ ਹਿਰਦੇ ਦੇ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਜਿਹੜੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ। ਸਾਧ ਸੰਗਤ ਜੀ, ਅਸੀਂ ਗਾਵਾਂਗੇ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ, ਸੁਣਾਂਗੇ ਕੰਨਾਂ ਨਾਲ, ਉਹ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੋਣਗੇ। ਜਿਵੇਂ ਅਸੀਂ ਭੋਜਨ ਖਾਂਦੇ ਮੂੰਹ ਰਾਹੀਂ ਹਾਂ, ਸਾਡੇ ਜਿਗਰ ਦੇ ਵਿੱਚ ਦੀ ਹੁੰਦਾ ਹੋਇਆ ਸਾਡੇ ਸਾਰੇ ਸਰੀਰ ਦੇ ਵਿੱਚ ਖੂਨ ਬਣ ਕੇ, ਹੱਡੀਆਂ ਬਣ ਕੇ, ਵੀਰਜ ਬਣ ਕੇ, ਚਮੜੀ ਬਣ ਕੇ, ਵਾਲ ਬਣ ਕੇ ਸਾਡੇ ਸਾਰੇ ਸਰੀਰ ਦੇ ਵਿੱਚੋਂ ਭੋਜਨ ਫੈਲ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਨੂੰ ਜਪਦੇ ਹਾਂ, ਨਾ ਬਾਣੀ ਦਾ ਅਭਿਆਸ ਕਰਦੇ ਹਾਂ, ਜਦੋਂ ਕੰਨਾਂ ਨਾਲ ਸੁਣਦੇ ਹਾਂ, ਤਾਂ ਉਹ ਸਾਡਾ ਸਾਰੇ ਹਿਰਦੇ ਵਿੱਚ ਜਾਂਦਾ। ਜਿਵੇਂ ਸਾਨੂੰ ਕੋਈ ਗਾਲ ਕੱਢ ਦੇ, ਅਸੀਂ ਬਾਜ਼ਾਰ ਗਏ ਹਾਂ ਜਾਂ ਬੱਸ 'ਤੇ ਜਾ ਰਹੇ ਹਾਂ ਜਾਂ ਕਿਤੇ ਹੋਰ ਕਾਰਨ ਸਾਨੂੰ ਕੋਈ ਭੈੜੀ ਗਾਲ ਕੱਢ ਦੇ ਗੰਦੀ, ਉਹ ਕੰਨਾਂ ਦੇ ਰਾਹੀਂ ਸਾਡੇ ਹਿਰਦੇ 'ਚ ਚਲੀ ਗਈ। ਸਾਧ ਸੰਗਤ ਜੀ, ਕਿੰਨੇ ਸਾਲ ਨਹੀਂ ਭੁੱਲਦੀ ਉਹ ਸਾਨੂੰ ਗਾਲ ਕੱਢੀ ਹੋਈ। ਕਈ ਵਾਰੀ ਤਾਂ ਸਾਨੂੰ ਸਾਰੀ ਉਮਰ ਨਹੀਂ ਭੁੱਲਦਾ ਵੀ ਯਾਰ ਉਹ ਮੈਨੂੰ ਭੈੜਾ ਬੋਲਿਆ ਸੀ। ਜਦੋਂ ਅਸੀਂ ਉਹਦੇ ਗੁਣ ਗਾਉਂਦੇ ਹਾਂ, ਸਾਡਾ ਹਿਰਦਾ ਸੁਖਾਲਾ ਹੋ ਜਾਂਦਾ, ਸੋਹਣਾ ਹੋ ਜਾਂਦਾ। ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਵਿਟੋ ਕੋ ਰਵਾਣੋ ਜੀਓ। ਕਹਿੰਦੇ ਉਹ ਧਰਤ ਵੀ ਸੋਹਣੀ ਹੋ ਜਾਂਦੀ ਹੈ ਜਿੱਥੇ ਪਰਮਾਤਮਾ ਦੇ ਪਿਆਰੇ ਵਸਦੇ ਨੇ, ਜਿੱਥੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭੇਜੇ ਹੋਏ ਲੋਕ ਵਸਦੇ ਨੇ, ਉਹ ਧਰਤੀ ਵੀ ਸੋਹਣੀ ਹੋ ਜਾਂਦੀ ਆ, ਧਰਤੀ ਨੂੰ ਭਾਗ ਲੱਗ ਜਾਂਦੇ ਨੇ।
ਸਾਧ ਸੰਗਤ ਜੀ, ਸਾਧ ਸੰਤ ਮਾਰੂ ਥਲਾਂ 'ਚ ਵੀ ਜਾ ਬੈਠੇ ਨਾ, ਉਹ ਵੀ ਉਪਜਾਊ ਹੋ ਜਾਂਦਾ। ਧੰਨ ਸ਼੍ਰੀ ਗੁਰੂ ਕਲਗੀਆਂ ਵਾਲੇ ਦਮਦਮਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਨੇ। ਭਾਈ ਡੱਲੇ ਨੂੰ ਕਹਿ ਰਹੇ ਨੇ, ਡੱਲਿਆ ਦੇਖ ਕਿੰਨੀਆਂ ਨਹਿਰਾਂ ਵਗ ਰਹੀਆਂ ਨੇ। ਉਹ ਕਹਿੰਦੇ ਮਹਾਰਾਜ ਤੁਸੀਂ ਨਹਿਰਾਂ ਵਾਲੇ ਏਰੀਏ 'ਚੋਂ ਆਏ ਹੋ, ਇਹ ਤਾਂ ਸਤਿਗੁਰੂ ਟਿੱਬਿਆਂ ਦਾ ਇਹ ਰੇਤਾ ਅਵਰਕ ਚਮਕਦਾ, ਇਹ ਨਹਿਰਾਂ ਨੂਰਾਂ ਕੋਈ ਨਹੀਂ ਹੈਗੀਆਂ। ਫਿਰ ਗਰੀਬ ਨਵਾਜ਼ ਆਪਣੀ ਮੌਜ ਦੇ ਵਿੱਚ ਆਏ, ਕਹਿੰਦੇ ਦੇਖ ਹੋਏ ਡੱਲਿਆ ਕਿਵੇਂ ਕਣਕਾਂ ਹੁਲਾਰੇ ਲੈਂਦੀਆਂ ਨੇ। ਉਹ ਕਹਿੰਦੇ ਡੱਲਾ ਕਹਿੰਦਾ ਮਹਾਰਾਜ ਇਹ ਕਿਹੜੀਆਂ ਕਣਕਾਂ ਕੁਣਕਾਂ, ਕੋਈ ਤਾਂ ਕਾਹੀ ਹੈ ਜਿਹਨੂੰ ਪੰਨੀ ਵੀ ਕਹਿੰਦੇ ਨੇ, ਇਹਦਾ ਕਾਹੀ ਹੈ ਮਹਾਰਾਜ, ਇੱਥੇ ਕਣਕਾਂ ਕਿੱਥੇ ਨੇ। ਫਿਰ ਸਤਿਗੁਰੂ ਆਪਣੀ ਮੌਜ ਆਏ, ਕਹਿੰਦੇ ਦੇਖ ਹੋਏ ਡੱਲਿਆ ਕਿਹੜੀ ਕਿਹੜੀ ਪੌਂਡੀ ਗੰਨਾ ਖੜਾ ਕਮਾਦ। ਉਹ ਕਹਿੰਦੇ ਸਤਿਗੁਰੂ ਇਹ ਸਰਕੜ ਹੈ, ਇਹ ਕਮਾਦ ਕਿੱਥੇ ਆ, ਕਮਾਦ ਉਹਦੇ ਟਿੱਬਿਆਂ 'ਚ ਕਿੱਥੇ ਹੋਏਗਾ ਮਹਾਰਾਜ, ਇਹ ਤਾਂ ਸਰਕੜ ਹੈ। ਫਿਰ ਬਣਾ ਦੇ ਦਰਖਤਾਂ ਵੱਲ ਪੀਲਾਂ ਲੱਗੀਆਂ ਹੋਈਆਂ ਸੀ। ਮਹਾਰਾਜ ਕਹਿੰਦੇ ਦੇਖੋ ਡੱਲਿਆ ਕਿਵੇਂ ਅੰਗੂਰਾਂ ਦੇ ਗੁੱਛੇ ਲਮਕਦੇ ਨੇ। ਉਹ ਕਹਿੰਦੇ ਮਹਾਰਾਜ ਭੋਲੀਆਂ ਗੱਲਾਂ ਕਰਦੇ ਹੋ, ਇਹ ਤਾਂ ਮਹਾਰਾਜ ਪੀਲਾਂ ਨੇ ਪੀਂਝੂ, ਇਹਨਾਂ ਨੂੰ ਇਹ ਹਾੜ ਦੇ ਵਿੱਚ ਲੱਗਦੀਆਂ, ਤੋੜ ਤੋੜ ਕੇ ਖਾਂਦੇ ਆ। ਫਿਰ ਗਰੀਬ ਲੋਕ ਇਹਨਾਂ ਨੂੰ ਤੋੜ ਕੇ ਸੁਕਾ ਵੀ ਲੈਂਦੇ ਨੇ, ਫਿਰ ਜਦੋਂ ਲੋੜ ਪੈਂਦੀ ਆ ਫਿਰ ਇਹਨੂੰ ਭਿਉਂ ਕੇ ਖਾ ਲੈਂਦੇ ਨੇ। ਮਹਾਰਾਜ ਨੇ ਅੱਕਾਂ ਦੀਆਂ ਕੁੱਕੜੀਆਂ ਦੇਖੀਆਂ, ਕਹਿੰਦੇ ਦੇਖੋ ਡੱਲਿਆ ਕਿਹੜੇ ਕਿਹੜੇ ਅੰਬ ਲਮਕ ਰਹੇ ਨੇ। ਉਹ ਕਹਿੰਦਾ ਮਹਾਰਾਜ ਤਾਂ ਅੰਬਾਕੜੀਆਂ ਨੇ, ਕੁੱਕੜੀਆਂ ਨੇ ਅੱਕਾਂ ਦੀਆਂ, ਇਹ ਅੰਬ ਥੋੜਾ ਨੇ, ਸ਼ਕਲ ਅੰਬਾਂ ਵਰਗੀ ਆ ਸਤਿਗੁਰੂ, ਇਹ ਤਾਂ ਕੌੜੀਆਂ ਜ਼ਹਿਰ ਨੇ ਨਿਰੀਆਂ। ਉਹ ਕਹਿੰਦੇ ਡੱਲਿਆ ਹੋਏ ਤੈਨੂੰ ਸਾਰਾ ਕੁਝ ਦੇਣ ਲੱਗੇ ਸੀ, ਤੂੰ ਕਮਲਿਆ ਭਰੋਸਾ ਹੀ ਨਹੀਂ ਕਰਿਆ, ਤੂੰ ਹਾਂ ਸਤ ਵਚਨ ਨਹੀਂ ਕਿਹਾ ਹੈਗਾ। ਇਹ ਹੋਊਗਾ ਤਾਂ ਜ਼ਰੂਰ, ਪਰ ਹੁਣ ਸਮਾਂ ਲੱਗੂਗਾ, ਹੋਊਗਾ ਜ਼ਰੂਰ। ਹੁਣ ਆਪਾਂ ਜਦੋਂ ਜਾਂਦੇ ਹਾਂ ਨਾ ਦਮਦਮਾ ਸਾਹਿਬ ਦੇ ਦਿਦਾਰੇ ਕਰਨ ਵਾਸਤੇ, ਸਾਧ ਸੰਗਤ ਜੀ ਅੰਗੂਰਾਂ ਦੇ ਬਾਗ, ਇਹ ਮਾਲਟਿਆਂ ਕਿੰਨੂਆਂ ਦੇ ਬਾਗ, ਅੰਬਾਂ ਦੇ ਬੂਟੇ, ਦੇਖੋ ਪੌਂਡੀਆਂ ਗੰਨੇ ਕਣਕਾਂ ਝੂਲਦੀਆਂ ਨੇ। ਕਿਉਂਕਿ ਸਾਧ ਧਰਤ ਸੁਹਾਵੀ ਜਿਤ ਵਸੈਂ ਹਰ ਜਨ, ਜਿੱਥੇ ਪੈਰ ਵੀ ਪਾ ਦੇ ਨਾ ਕੋਈ ਪਰਮਾਤਮਾ ਦਾ ਪਿਆਰਾ, ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ, ਪੂਜਨੀਕ ਹੋ ਜਾਂਦੀ ਹੈ। ਇਸ ਕਰਕੇ ਇਹ ਸੱਚਾ ਨਾਮ ਐਡਾ ਸ਼ਕਤੀਸ਼ਾਲੀ ਹੈ। ਸੱਚੇ ਨਾਮ ਵਿਟੋਂ ਕੁਰਬਾਨੋ ਜੀਓ, ਇਹ ਸੱਚੇ ਨਾਮ ਤੋਂ ਤਾਂ ਕੁਰਬਾਨ ਜਾਣਾ ਚਾਹੀਦਾ, ਸੱਚੇ ਨਾਮ ਤੋਂ ਕੁਰਬਾਨ ਜਾਈਦਾ। ਸੱਚ ਵਡਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ, ਧਿਆਏ ਧਿਆਏ ਜੀਵੈ ਜਨ ਤੇਰੇ, ਸੱਚ ਸ਼ਬਦ ਮਨ ਭਾਣੋ ਜੀ, ਸੱਚ ਸ਼ਬਦ ਮਨ ਮਾਣੋ ਜੀਓ। ਪਰਮਾਤਮਾ ਦੀ ਕੁਦਰਤ ਦਾ, ਪਰਮਾਤਮਾ ਦੀ ਰਹਿਮਤ ਦਾ ਬਾਰੇ ਕੁਛ ਨਹੀਂ, ਸੌਰੀ, ਸੱਚੇ ਪਰਮਾਤਮਾ ਦੇ ਨਾਮ ਦੀ ਵਡਿਆਈ ਦੀ ਕੀਮਤ ਕੋਈ ਨਹੀਂ ਪਾ ਸਕਦਾ। ਉਹ ਕਿਹਨੂੰ ਵਡਿਆਈ ਦੇ ਦੇ, ਉਹਦੀ ਜਿਹੜੀ ਸਦੀਵੀ ਵਡਿਆਈ ਆ। ਦੇਖੋ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਹਿਣੇ ਨੂੰ ਵਡਿਆਈ ਦਿੱਤੀ, ਗੁਰਗਤਾ ਦੀ, ਗੁਰਤਾ ਦੀ ਵਡਿਆਈ ਦਿੱਤੀ। ਲੋਕਾਂ ਨੇ ਈਰਖਾ ਕੀਤੀ, ਬਾਬਾ ਸ਼੍ਰੀ ਚੰਦ ਵਰਗਿਆਂ ਨੇ ਵੀ ਬੁਰਾ ਮਨਾਇਆ ਇਸ ਗੱਲ ਦਾ, ਪਰ ਵਡਿਆਈ ਤਾਂ ਫਿਰ ਭਾਈ ਲਹਿਣੇ ਦੇ ਹਿੱਸੇ ਆਈ ਹੈ। ਕਹਿੰਦੇ ਉਹਦੀ ਕੀਮਤ ਕੋਈ ਨਹੀਂ ਪਾ ਸਕਦਾ, ਉਹਦੀ ਵਡਿਆਈ ਦੀ। ਆਪਣਾ ਰੂਪੇ ਬਣਾਤਾ, ਅੰਗ ਨਾਲ ਅੰਗ ਦੇ ਬਣਾਤਾ ਲਾ ਕੇ। ਭਾਈ ਜੇਠਾ ਜੀ ਤੇ ਕਿਰਪਾ ਕੀਤੀ, ਵਡਿਆਈ ਦਿੱਤੀ। ਭਾਈ ਜੇਠੇ ਤੋਂ ਧੰਨ 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 ਸ਼੍ਰੀ ਗੁਰੂ ਰਾਮਦਾਸ ਮਹਾਰਾਜ ਬਣਾਤਾ। ਉਹਦੀ ਸੱਚੀ ਵਡਿਆਈ ਦੀ ਕੋਈ ਕੀਮਤ ਨਹੀਂ ਪਾ ਸਕਦਾ। ਇੱਕ ਅਨਾਥ ਬੱਚਾ ਜਿਹਦੀ ਮਾਂ ਨਹੀਂ, ਬਾਪ ਨਹੀਂ, ਭੈਣ ਨਹੀਂ, ਭਰਾ ਨਹੀਂ, ਚਾਚੇ ਤਾਇਆਂ ਨੇ ਦੁਰਕਾਰਿਆ ਹੋਇਆ, ਗੁਰੂ ਮਹਾਰਾਜ ਨੇ ਵਡਿਆਈ ਦਿੱਤੀ, ਪੂਰੀ ਸ੍ਰਿਸ਼ਟੀ ਦਾ ਮਾਲਕ ਬਣਾਤਾ, ਪੂਰੀ ਸ੍ਰਿਸ਼ਟੀ ਦਾ। ਇਹ ਉਹਦੀ ਵਡਿਆਈ ਆ ਗੁਰੂ ਨਾਨਕ ਦੇ ਘਰ ਦੀ। ਕੁਦਰਤ ਕਰਮ ਨਾ ਕਹਿਣਾ ਜਾਈ, ਉਹਦੀ ਕੁਦਰਤ ਬਾਰੇ, ਉਹਦੀ ਸ਼ਕਤੀ ਬਾਰੇ, ਕੁਦਰਤ ਸ਼ਕਤੀ ਨੂੰ ਕਹਿੰਦੇ ਨੇ, ਕਰਮ ਉਹਦੀ ਰਹਿਮਤ, ਉਹਦੀ ਮਿਹਰ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਉਹ ਕੌੜੇ ਤੇ ਮਿਹਰ ਕਰੇ ਰੀਠੇ ਤੇ, ਰੀਠੇ ਨੂੰ ਮਿੱਠਾ ਬਣਾ ਸਕਦਾ ਹੈ, ਅੰਮ੍ਰਿਤਮਈ ਬਣਾ ਸਕਦਾ ਹੈ। ਉਹ ਸੁੱਕਿਆਂ ਤੇ ਨਜ਼ਰ ਕਰੇ, ਸੁੱਕਿਆਂ ਦੇ ਹਰੇ ਸਾਵੇਂ ਪੱਤਰ ਕੱਢ ਸਕਦਾ ਹੈ। ਉਹ ਚੋਰਾਂ ਜਾਰਾਂ ਪਾਪੀਆਂ ਬਕਾਰੀਆਂ ਦੇ ਉੱਤੇ ਕਿਰਪਾ ਕਰੇ, ਬ੍ਰਹਮ ਗਿਆਨੀ ਬਣਾ ਸਕਦਾ ਹੈ। ਕੁਛ ਨਹੀਂ ਕਿਹਾ ਜਾ ਸਕਦਾ ਉਹਦੀ ਕੁਦਰਤ ਬਾਰੇ। ਧਿਆਏ ਧਿਆਏ ਜੀਵਾਂ ਜਨ ਤੇਰੇ, ਹੇ ਪਰਮਾਤਮਾ ਜੀ ਤੇਰੇ ਜਨ, ਤੇਰੇ ਸੇਵਕ ਤੈਨੂੰ ਧਿਆ ਧਿਆ ਕੇ ਜਿਉਂਦੇ ਨੇ। ਜੇ ਉਹ ਤੈਨੂੰ ਧਿਆਨ ਧਰਦੇ ਨੇ ਤਾਂ ਹੀ ਜਿਉਂਦੇ ਨੇ, ਨਹੀਂ ਤਾਂ ਉਹਨਾਂ ਤੇਰਾ ਵਿਸਰਨਾ ਉਹਨਾਂ ਨੂੰ ਮੌਤ ਸਮਾਨ ਹੈ। ਸੱਚ ਸ਼ਬਦ ਮਨ ਮਾਣੋ ਜੀਓ, ਸੱਚੇ ਸ਼ਬਦ ਦਾ ਉਹਨਾਂ ਦੇ ਮਨ ਵਿੱਚ ਮਾਣ ਹੁੰਦਾ ਹੈ। ਮਾਣ ਆਪਾਂ ਮਾਣ ਕਰਦੇ ਹਾਂ ਕਿਸੇ ਤੇ, ਜਿਵੇਂ ਆਪਾਂ ਬਾਬਾ ਜੀ ਤੇ ਮਾਣ ਕਰਦੇ ਹਾਂ ਵੀ ਸਾਡੇ ਬਾਬਾ ਜੀ ਹੈਗੇ ਨੇ। ਗੁਰੂ ਮਹਾਰਾਜ ਤੇ ਮਾਣ ਕਰਦੇ ਹਾਂ, ਮੇਰਾ ਪਰਮੇਸ਼ਰ ਅੰਗ ਸੰਗ ਹੈ ਮੇਰੇ।
ਉਹ ਕਹਿੰਦੇ ਸੱਚੇ ਸ਼ਬਦ ਦਾ ਮਨ ਵਿੱਚ ਮਾਣ ਹੈ, ਤਾਣ ਹੈ। ਕਹਿੰਦੇ ਗਰੀਬ ਨਵਾਜ ਕਹਿੰਦੇ ਉਹ ਸੱਚੇ ਭਾਵ ਗੁਰੂ ਦੇ ਸੱਚੇ ਸ਼ਬਦ ਦਾ ਹੀ ਮਨ ਦੇ ਵਿੱਚ ਮਾਣ ਹੈ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਜੇ ਹੋਵੇ ਨਾ ਫਿਰ ਮਾਣ ਕਾਹਦਾ। ਸੱਚ ਸਲਾਹਣ ਵਡਭਾਗੀ ਪਾਈ ਹੈ। ਕਹਿੰਦੇ ਉਹ ਪਰਮਾਤਮਾ ਦੀ ਸੱਚੀ ਵਡਿਆਈ, ਸੱਚੀ ਸਿਫਤ ਸਲਾਹ, ਉਹਦਾ ਨਾਮ ਸਿਮਰਨਾ ਵੱਡੇ ਭਾਗਾਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਐਵੇਂ ਨਹੀਂ ਕਿ ਅਸੀਂ ਆਪਣੀ ਮਿਹਨਤ ਨਾਲ ਕਰ ਲਾਂਗੇ, ਨਹੀਂ। ਸਾਧ ਸੰਗਤ ਜੀ ਫਿਰ ਹੁਣ ਸਾਨੂੰ ਕਿਵੇਂ ਪਤਾ ਲੱਗੇ ਵੀ ਸਾਡੇ ਭਾਗ ਵੱਡੇ ਨੇ ਜਾਂ ਨਹੀਂ ਵੱਡੇ। ਸਾਧ ਸੰਗਤ ਜੀ ਨਹੀਂ ਵੱਡੇ ਤਾਂ ਉਹਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਨੇ, ਪਰਮਾਤਮਾ ਜੀ ਕਿਰਪਾ ਕਰੋ, ਤੁਸੀਂ ਸਾਨੂੰ ਵੀ ਵਡਭਾਗੀ ਬਣਾ ਦਿਓ। ਸਾਡੇ ਮਹਾਰਾਜ ਜੇ ਤੁਸੀਂ ਉੱਥੇ ਨਹੀਂ ਲਿਖਿਆ ਉਹ ਮਾਤਾ ਦੇਸਾਂ ਵਾਂਗ ਸੱਚੇ ਪਾਤਸ਼ਾਹ, ਜੇ ਕਿਸੇ ਕਾਰਨ ਤੁਸੀਂ ਉੱਥੇ ਨਹੀਂ ਲਿਖੇ ਮੇਰੇ ਮੇਰੇ ਪੁੱਤਰ ਭਾਗਾਂ 'ਚ, ਹੁਣ ਲਿਖ ਦਿਓ। ਉੱਥੇ ਵੀ ਲਿਖਣ ਵਾਲੇ ਤੁਸੀਂ, ਉਰੇ ਵੀ ਲਿਖਣ ਵਾਲੇ ਤੁਸੀਂ। ਅਸੀਂ ਵੀ ਗੁਰੂ ਮਹਾਰਾਜ ਦੇ ਸਾਹਮਣੇ ਗੋਡਿਆਂ ਭਾਰ ਹੋ ਕੇ, ਅੱਖਾਂ 'ਚ ਜਲ ਭਰ ਕੇ ਜੋਦੜੀ ਕਰੀਏ। ਮੇਰੇ ਪ੍ਰੀਤਮ ਜੀਓ, ਜੇ ਤੁਸੀਂ ਸਾਡੇ ਮੱਥੇ ਤੇ ਵਡਭਾਗੀ ਹੋਣਾ ਉੱਥੇ ਨਹੀਂ ਲਿਖਿਆ। ਦਾਤਾਰ ਪਿਤਾ, ਹੁਣ ਕਿਹੜਾ ਤੇਰੀ ਕੋਈ ਸਿਆਹੀ ਸੁੱਕੀ ਹੈ ਜਾਂ ਕੋਈ ਤੇਰੀ ਕਲਮ ਖੁੰਡੀ ਹੋਈ ਹੈ। ਮੇਰੇ ਦਾਤਿਆਂ ਮੇਰੇ ਮੱਥੇ ਤੇ ਹੁਣ ਵੀ ਵੱਡੇ ਭਾਗਾਂ ਵਾਲਾ ਬਣਾ ਦਿਓ, ਲਿਖ ਦਿਓ। ਗੁਰ ਪ੍ਰਸਾਦੀ ਹਰ ਗੁਣ ਗਾਈਆ। ਗੁਰੂ ਦੀ ਕਿਰਪਾ ਨਾਲ ਹਰੀ ਦੇ ਗੁਣ ਗਾਏ ਜਾਂਦੇ ਨੇ। ਸਾਧ ਸੰਗਤ ਜੀ ਆਪਣੇ ਯਤਨਾਂ ਨਾਲ ਨਹੀਂ ਗਾਏ ਜਾਂਦੇ। ਮੈਂ ਮਸਕੀਨ ਜੀ ਦੇ ਮੁਖਾਰਬਿੰਦ ਤੋਂ ਵੀ ਸੁਣ ਰਿਹਾ ਸੀ, ਉਹ ਵੀ ਕਹਿੰਦੇ ਸੀ, ਕਹਿੰਦੇ ਜਿੱਦੇ ਉਹ ਕਥਾ ਆਪ ਕਰਵਾ ਲਵੇ ਉਹਦੇ ਤਾਂ ਹੁੰਦੀ ਆ ਕਥਾ। ਜਿੱਦੇ ਆਪਣੇ ਦਿਮਾਗ ਨਾਲ ਆਪਣੇ ਜ਼ੋਰ ਨਾਲ ਕਰੀਏ ਉਹਦੇ ਤਾਂ ਸਿਰਫ ਖਾਪਣਾ ਹੀ ਹੁੰਦਾ। ਜਿੱਦੇ ਉਹ ਕੀਰਤਨ ਕਰਵਾ ਲਵੇ ਅਸਲ ਦੇ ਵਿੱਚ ਉਦੋਂ ਹੀ ਕੀਰਤਨ ਹੈ। ਜਿੱਦੇ ਉਹ ਨਿਤਨੇਮ ਕਰਵਾ ਲਵੇ ਅਸਲ ਦੇ ਵਿੱਚ ਉਦੋਂ ਹੀ ਨਿਤਨੇਮ ਹੈ। ਨਹੀਂ ਤਾਂ ਆਵਾਸੀਆਂ ਆਈ ਜਾਂਦੀਆਂ ਨੇ, ਐਵੇਂ ਖੁਰਕ ਹੋਈ ਜਾਂਦੀ ਆ, ਅੰਗੜਾਈਆਂ ਆਈ ਜਾਂਦੀਆਂ ਨੇ, ਢਕਾਰਾਂ ਆਈ ਜਾਂਦੀਆਂ ਨੇ, ਸੁਸਤੀ ਪਈ ਜਾਂਦੀ ਹੈ। ਇਹਦਾ ਮਤਲਬ ਅੱਜ ਉਹਦੀ ਕਿਰਪਾ ਨਹੀਂ ਹੋਈ। ਬਾਬਾ ਫਰੀਦ ਜੀ ਦੀ ਮਾਤਾ ਦੇ ਕਹਿਣ ਵਾਂਗ ਕਹਿੰਦੇ, ਫਰੀਦਾ ਜਿੱਦੇ ਤੇਰਾ ਮਨ ਬੰਦਗੀ 'ਚ ਲੱਗ ਜੇ, ਜਿੱਦੇ ਤੈਨੂੰ ਕਿਸੇ ਪਿਆਰੇ ਅੱਲਾ ਦੇ ਪਿਆਰੇ ਦੇ ਦਰਸ਼ਨ ਹੋ ਜਾਣ, ਉਹਦੇ ਸਮਝੀ ਵੀ ਅੱਲਾ ਤਰੁੱਠ ਹੈ। ਅੱਜ ਅੱਲਾ ਤਰੁੱਠ ਹੈ। ਜਿੱਦੇ ਕਿਸੇ ਸਾਖਤ ਬੰਦੇ ਦੇ ਦਰਸ਼ਨ ਹੋ ਜਾਣ, ਤੇਰਾ ਮਨ ਬੰਦਗੀ 'ਚ ਨਾ ਲੱਗੇ, ਉਹਦੇ ਸਮਝੀ ਵੀ ਅੱਜ ਅੱਲਾ ਰੁੱਠ ਹੈ। ਬਸ ਇਹ ਸਮਝ ਲਈਏ ਵੀ ਅੱਜ ਸਾਡਾ ਕੋਈ ਕਰਮ ਐਸਾ ਆ ਗਿਆ ਜਿਹਦੇ ਨਾਲ ਸਾਡੇ ਤੇ ਗੁਰੂ ਦਾ ਪ੍ਰਸਾਦ ਨਹੀਂ ਹੋਇਆ ਹੈ। ਗੁਰੂ ਦੇ ਪ੍ਰਸਾਦ ਨਾਲ ਹੀ ਉਹਦੇ ਗੁਣ ਗਾਏ ਜਾਂਦੇ ਨੇ। ਰੰਗ ਰੱਤੇ ਤੇਰਾ ਤੁਧ ਭਾਵੇਂ, ਸੱਚ ਨਾਮ ਨਿਸ਼ਾਨੋ ਜੀਓ। ਹੇ ਪਰਮਾਤਮਾ ਜੀ, ਤੇਰੇ ਦਾਸ ਤੇਰੇ ਰੰਗ ਦੇ ਵਿੱਚ ਰੱਤੇ ਹੋਏ ਤੈਨੂੰ ਚੰਗੇ ਲੱਗਦੇ ਨੇ। ਜਿਵੇਂ ਬੀਬੀਆਂ ਚੁੰਨੀ ਰੰਗਾਉਂਦੀਆਂ ਨੇ, ਕੱਪੜਾ ਰੰਗਦੀਆਂ ਨੇ ਆਪ, ਫਿਰ ਚੰਗਾ ਲੱਗਦਾ, ਹਾਂ ਭੈਣੇ ਬੜਾ ਸੋਹਣਾ ਰੰਗ ਚੜ੍ਹਿਆ। ਪਰਮਾਤਮਾ ਵੀ ਫਿਰ ਚੜਾ ਕੇ ਦੇਖਦਾ, ਆਹ ਮੇਰੇ ਸਿੱਖ ਨੂੰ ਤਾਂ ਬੜਾ ਸੋਹਣਾ ਰੰਗ ਚੜ੍ਹਿਆ। ਕਿੰਨੀ ਕਿਰਪਾ, ਕਿਉਂਕਿ ਗੁਰ ਤੁੱਠਾ ਹਰ ਰੰਗ ਚਾੜਿਆ। ਫਿਰ ਬਹੁੜ ਨਾ ਹੋਵੀ ਭੰਗ। ਗੁਰੂ ਤਰੁੱਠ ਕੇ ਸਾਧ ਸੰਗਤ ਜੀ ਰੰਗ ਚਾੜਦੇ ਕਿਸੇ ਸੱਜਣ ਠੱਗ ਵਰਗੇ ਨੂੰ, ਫਿਰ ਸਾਧ ਸੰਗਤ ਜੀ ਮੁੜ ਕੇ ਭੰਗ ਨਹੀਂ ਹੁੰਦਾ। ਕਿਸੇ ਸੈਦੇ ਖਾਂ ਜਿਹੜਾ ਆਇਆ ਸੀ ਸੈਨਾਪਤੀ, ਇਹਨੂੰ ਕਿਤੇ ਤਰੁੱਠ ਕੇ ਰੰਗ ਚਾੜਤਾ ਸਾਧ ਸੰਗਤ ਜੀ, ਫਿਰ ਗੁਰੂ ਦਾ ਸਿੱਖ ਬਣ ਕੇ ਸ਼ਹੀਦ ਹੋ ਗਿਆ ਚਮਕੌਰ ਦੀ ਜੰਗ 'ਚ। ਕਿੱਥੇ ਮਹਾਰਾਜ ਤੇ ਚੜ੍ਹ ਕੇ ਆਇਆ ਸੀ, ਕਿਉਂਕਿ ਤਰੁੱਠ ਕੇ ਗੁਰੂ ਨੇ ਰੰਗ ਚਾੜਤਾ। ਅਸੀਂ ਵੀ ਬੇਨਤੀ ਕਰੀਏ, ਦਾਤਾਰ ਪਿਤਾ, ਅਸੀਂ ਬੇਸ਼ੱਕ ਤੇਰੇ ਨਾਮ ਧਰੀਕ ਸਿੱਖ ਹਾਂ, ਬੇਅੰਤ ਅਵਗੁਣਾਂ ਨਾਲ ਭਰੇ ਹੋਏ ਹਾਂ, ਦਾਗੋ ਦਾਗ ਸਾਡਾ ਮਨ ਹੋਇਆ ਵਿਆ, ਪਰ ਸਤਿਗੁਰੂ ਅਸੀਂ ਤੇਰੇ ਕਹੇ ਜਾਂਦੇ ਹਾਂ। ਕਿਰਪਾ ਕਰ ਸਾਡੇ ਤੇ ਰੰਗ ਚਾੜ ਦੇ। ਤੇਰੀ ਮੱਟੀ ਦੇ ਵਿੱਚ ਨਾ ਰੰਗ ਮੁੱਕਿਆ ਸਤਿਗੁਰੂ, ਨਾ ਰੰਗਣ ਵਾਸਤੇ ਤੇਰੀਆਂ ਬਾਹਾਂ ਥੱਕੀਆਂ ਨੇ। ਬਾ ਕਿਰਪਾ ਕਰ, ਦਇਆ ਕਰ, ਤੇਰੀ ਦਇਆ ਦੇ ਨਾਲ ਇਹ ਸਾਡਾ ਕਾਰਜ ਸਫਲ ਹੋਣਾ। ਮਹਾਰਾਜ ਤੇਰੇ ਰੰਗ ਦੇ ਵਿੱਚ ਰੰਗੇ ਹੋਏ ਤੈਨੂੰ ਚੰਗੇ ਲੱਗਦੇ ਨੇ। ਸੱਚ ਨਾਮ ਨਿਸ਼ਾਨੋ ਜੀਓ। ਉਹਨਾਂ ਦੇ ਮੱਥੇ ਦੇ ਉੱਤੇ ਸੱਚੇ ਨਾਮ ਦੀ ਮੋਹਰ ਲੱਗ ਜਾਂਦੀ ਹੈ। ਨਿਸ਼ਾਨ, ਠੱਪਾ, ਮੋਹਰ। ਕਹਿੰਦੇ ਤੇਰੇ ਹੋਣ ਦਾ, ਖਸਮਾਨੇ ਦੀ ਮੋਹਰ, ਸੱਚੇ ਨਾਮ ਦਾ ਨਿਸ਼ਾਨ ਉਹਨਾਂ ਦੇ ਮੱਥੇ ਤੇ ਪੈ ਜਾਂਦਾ। ਫਿਰ ਸੱਚੇ ਅੰਤ ਨ ਜਾਣੈ ਕੋਈ, ਥਾਨ ਥਨੰਤਰ ਸੱਚਾ ਸੋਈ, ਨਾਨਕ ਸੱਚ ਧਿਆਈਆ ਸਦ ਹੀ, ਅੰਤਰ ਜਾਮੀ ਜਾਣੋ ਜੀਓ। ਹੇ ਸੱਚੇ ਪਰਮਾਤਮਾ, ਤੇਰਾ ਕੋਈ ਅੰਤ ਨਹੀਂ ਜਾਣਦਾ। ਸਾਧ ਸੰਗਤ ਜੀ, ਅੰਤ ਤਾਂ ਕਿਸੇ ਸਾਧੂ ਮਹਾਤਮਾ ਦਾ ਵੀ ਨਹੀਂ ਜਾਣਿਆ ਜਾ ਸਕਦਾ। ਪਰਮਾਤਮਾ ਦਾ ਤਾਂ ਫਿਰ ਕਿਵੇਂ ਜਾਣ ਲਊਗਾ ਕੋਈ। ਥਾਨ ਥਨੰਤਰ ਸੱਚਾ ਸੋਈ। ਥਾਨ ਅਤੇ ਥਨੰਤਰ, ਜਿਵੇਂ ਪਟਿਆਲਾ ਚੰਡੀਗੜ੍ਹ ਹੈ,
ਪਟਿਆਲਾ ਵੀ ਥਾਂ ਹੋ ਗਿਆ, ਚੰਡੀਗੜ੍ਹ ਵੀ ਥਾਂ ਹੋ ਗਿਆ। ਜਿਹੜਾ ਵਿਚਾਲੇ ਅੰਤਰ ਹੈ ਉਹਨੂੰ ਕਹਿੰਦੇ ਥਾਨ ਥਨੰਤਰ। ਦੋਨਾਂ ਥਾਨਾਂ ਦੇ ਵਿਚਾਲੇ ਅੰਤਰ ਜੋ ਡਿਸਟੈਂਸ ਹੈ ਉਸ ਨੂੰ ਥਾਨ ਅੰਤਰ ਕਹਿੰਦੇ ਨੇ। ਕਹਿੰਦੇ ਉਹ ਥਾਨਾਂ ਦੇ ਉੱਤੇ ਵੀ ਤੇ ਥਾਨ ਅੰਤਰਾਂ ਦੇ ਵਿੱਚ ਵੀ ਉਹ ਸੱਚਾ ਪਰਮਾਤਮਾ ਵੱਸਦਾ। ਨਾਨਕ ਸੱਚ ਧਿਆਈਆ ਸਦ ਹੀ ਅੰਤਰ ਜਾਮੀ ਜਾਣੋ ਜੀਓ। ਹੇ ਨਾਨਕ, ਉਹ ਸੱਚੇ ਪਰਮਾਤਮਾ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਧਿਆਉਣਾ ਚਾਹੀਦਾ, ਉਹਨੂੰ ਹਮੇਸ਼ਾ ਅੰਤਰਜਾਮੀ ਜਾਣਨਾ ਚਾਹੀਦਾ। ਇਹ ਨਹੀਂ ਕਿ ਸਾਡੇ ਮਨ ਦੇ ਵਿੱਚ ਪਾਪ ਵਿਕਾਰ ਚੱਲਦੇ ਨੇ ਕਿ ਉਹਨੂੰ ਪਤਾ ਨਹੀਂ ਲੱਗਦਾ, ਅਸੀਂ ਕੋਈ ਹੇਰਾ ਫੇਰੀ ਕਰ ਰਹੇ ਹਾਂ ਉਹਨੂੰ ਪਤਾ ਨਹੀਂ ਚੱਲਦਾ। ਨਹੀਂ, ਉਹਦਾ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ। ਉਹ ਤੋਂ ਅਸੀਂ ਕੁਛ ਵੀ ਨਹੀਂ ਲੁਕਾ ਸਕਦੇ ਸਾਧ ਸੰਗਤ ਜੀ, ਕੁਛ ਵੀ ਨਹੀਂ ਲੁਕਾ ਸਕਦੇ ਉਹ ਤੋਂ। ਉਹ ਤਾਂ ਸਾਡੇ ਅੰਦਰ ਜਿਹੜਾ ਫੁਰਨਾ ਅਜੇ 100 ਸਾਲ ਨੂੰ ਆਉਣਾ ਨਾ ਉਹਦੇ ਬਾਰੇ ਵੀ ਜਾਣਦਾ। ਮਹਾਰਾਜ ਅੱਗੇ ਫਰਮਾਉਂਦੇ ਨੇ, ਮਾਜ ਮਹਿਲਾ ਪੰਜਵਾਂ ਅਰੈਣ ਸੁਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਭਲ ਵੰਝੈ ਜੀਵਨ ਸਫਲ ਤਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰ ਪੂਰੈ ਦੇਖਾਂ ਸਵਣੀ ਜਾਈ ਜੀਓ ਪ੍ਰਭ ਸਮਰੱਥ ਵਡ ਊਂਚ ਅਪਾਰਾ ਨੌ ਨਿਧ ਨਾਮ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧ ਰਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ। ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ, ਕਹਿੰਦੇ ਉਸ ਬੰਦੇ ਦੀ ਰਾਤ ਵੀ ਸੋਹਣੀ ਹੈ। ਨਹੀਂ ਤਾਂ ਆਮ ਕਰਕੇ ਰਾਤ ਨਾ ਆਪਾਂ ਕਹਿੰਦੇ ਯਾਰ ਕੁਛ ਨਹੀਂ, ਮੱਛਰ ਲੜੀ ਗਿਆ, ਨੀਂਦ ਨਹੀਂ ਆਈ, ਭੈੜੇ ਭੈੜੇ ਸੁਪਨੇ ਆਈ ਗਏ, ਕੁਛ ਰਾਤ ਸੌਣ ਦਾ ਨਜ਼ਾਰਾ ਨਹੀਂ ਆਇਆ। ਮਹਾਰਾਜ ਕਹਿੰਦੇ ਉਹਦੀ ਰਾਤ ਵੀ ਸੋਹਣੀ ਹੈ, ਉਹਦਾ ਦਿਨ ਵੀ ਸੁੱਖ ਦੇਣ ਵਾਲਾ, ਉਹਦਾ ਦਿਨ ਵੀ ਸੋਹਣਾ ਹੈ। ਕਿਹਦਾ? ਜਿਹੜਾ ਗੁਰੂ ਦੀ ਸੰਗਤ ਦੇ ਵਿੱਚ ਅੰਮ੍ਰਿਤ ਨਾਮ ਜਪਦਾ ਹੈ, ਗੁਰੂ ਨਾਲ ਮਿਲਾਪ ਕਰਦਾ ਹੈ। ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਜਿਹੜਾ ਗੁਰੂ ਦੀ ਸੰਗਤ ਦੇ ਮੇਲੇ ਵਿੱਚ ਜਾ ਕੇ ਅੰਮ੍ਰਿਤ ਨਾਮ ਜਪਦਾ ਹੈ, ਉਹਦਾ ਦਿਨ ਵੀ ਵਧੀਆ, ਉਹਦੀ ਰਾਤ ਵੀ ਵਧੀਆ। ਇੱਕ ਥਾਂ ਤੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਉਹ ਰੁੱਤੇ ਭਾਗਾਂ ਭਰ ਗਿਆ ਜਦੋਂ ਮੈਨੂੰ ਯਾਦ ਆਉਂਦਾ, ਪਰ ਜੇ ਕੋਈ ਇੱਕ ਖਿਣ ਵਿਸਰਦਾ ਉਹ ਖਿਣ ਸਮਝ ਲਓ ਉਹ ਸਾਰੀ ਰੁੱਤੇ ਫਿਟਕਾਰਯੋਗ ਹੈ। ਘੜੀ ਮੂਰਤ ਸਿਮਰਤ ਭਲ ਵੰਝੈ, ਇਹ ਤੇਰੇ ਪਰਮਾਤਮਾ ਦੇ ਪਿਆਰੇ। ਘੜੀ 24 ਮਿੰਟਾਂ ਦੀ ਹੁੰਦੀ ਹੈ, ਮੂਰਤ 2 ਘੜੀਆਂ ਦਾ ਹੁੰਦਾ 48 ਮਿੰਟਾਂ ਦਾ। ਕਹਿੰਦੇ ਉਹਨਾਂ ਦੀਆਂ ਸਾਰੀਆਂ ਘੜੀਆਂ, ਸਾਰੇ ਮੁਹੂਰਤ, ਸਾਰੇ ਪਲ ਪਰਮਾਤਮਾ ਨੂੰ ਸਿਮਰਦਿਆਂ ਹੀ ਬਤੀਤ ਹੁੰਦੇ ਨੇ, ਵੰਝੈ ਬਤੀਤ ਹੁੰਦੇ ਨੇ। ਜੀਵਨ ਸਫਲ ਤਥਾਈ ਜੀਓ, ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਸਾਧ ਸੰਗਤ ਜੀ, ਅਸਲ ਦੇ ਵਿੱਚ ਅਸੀਂ ਜ਼ਿੰਦਗੀ ਜਿਉਂਦੇ ਹਾਂ, ਸਾਡੀ ਜ਼ਿੰਦਗੀ ਨੂੰ ਮਹਾਰਾਜ ਨੇ ਜੀਵਨ ਨਹੀਂ ਕਿਹਾ। ਮਹਾਰਾਜ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗਤ ਹੀ ਦਰਸ਼ਨ ਪਾਇਆ। ਅਸਲ ਵਿੱਚ ਉਹੀ ਜਿਉਂਦੇ ਨੇ ਜਿਹੜੇ ਉਹ ਜਿਉਂਦੇ ਹੋਏ ਪਰਮਾਤਮਾ ਨੂੰ ਜਪਦੇ ਨੇ। ਨਹੀਂ ਤਾਂ ਅਸੀਂ ਲਾਸ਼ਾਂ ਤੋਰੇ ਫਿਰਦੇ ਹਾਂ। ਸਾਧ ਸੰਗਤ ਜੀ, ਜੇ ਅਸੀਂ ਰੱਬ ਤੋਂ ਟੁੱਟੇ ਹੋਏ ਹਾਂ, ਸਾਨੂੰ ਇਹ ਡਾਕਟਰੀ ਦੇ ਤੌਰ 'ਤੇ ਤਾਂ ਬੇਸ਼ੱਕ ਕੋਈ ਜਿਉਂਦੇ ਕਹੀ ਜਾਵੇ, ਪਰ ਅਸੀਂ ਧਰਮ ਦੀ ਨਜ਼ਰ ਦੇ ਵਿੱਚ ਅਸੀਂ ਮਰੇ ਹੋਏ ਹਾਂ। ਲਾਸ਼ਾਂ ਤੁਰੀਆਂ ਫਿਰਦੀਆਂ, ਭੂਤ ਪ੍ਰੇਤ ਤੁਰੇ ਫਿਰਦੇ ਹਾਂ ਅਸੀਂ। ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰ ਪੂਰੈ ਦੇਖਾਂ ਸਵਣੀ ਜਾਈ ਜੀਓ। ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਸਾਰੇ ਦੋਖ, ਸਾਰੇ ਐਬ ਉਤਰ ਗਏ, ਲੈ ਗਏ, ਸਾਰੇ ਪਾਪ ਖਤਮ ਹੋ ਗਏ ਹੁਣ। ਕਿਉਂਕਿ ਪਰਮਾਤਮਾ ਨਾਮ ਸਾਧ ਸੰਗਤ ਸਮਸਤ ਤੀਰਥਾਂ ਦਾ ਸੰਗਮ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਸਿਮਰਦਿਆਂ ਸਾਰੇ ਸਾਨੂੰ ਪਾਪ ਦੋਖ ਖਤਮ ਹੋ ਜਾਂਦੇ ਨੇ। ਫਿਰ ਨਜ਼ਰ ਕੀ ਆਉਂਦਾ? ਅੰਦਰ ਬਾਹਰ ਪਰਮਾਤਮਾ ਸਾਥ ਹੀ ਨਜ਼ਰ ਆਉਂਦਾ ਵੀ ਸਾਡਾ ਅੰਗ ਸੰਗ ਸਹਾਈ ਖੜਾ ਤੇ ਉਹ ਬਾਹਰ ਹੈ। ਭੈ ਭਉ ਭਰਮ ਖੋਇਆ ਗੁਰ ਪੂਰੈ, ਪੂਰੇ ਗੁਰੂ ਨੇ ਸਾਡਾ ਡਰ, ਭੈ ਤੇ ਭਉ ਦੋਏ ਇੱਕੋ ਸ਼ਬਦ ਨੇ, ਇੱਕੋ ਅਰਥ ਦਿੰਦੇ ਨੇ। ਹੁਣ ਉਹਨੂੰ ਪੱਕਾ ਕਰਨ ਵਾਸਤੇ ਦੋਏ ਸ਼ਬਦ ਵਰਤਦੇ। ਜਿੱਥੇ ਭਰਮ ਹੁੰਦਾ ਸਾਧ ਸੰਗਤ ਜੀ ਉੱਥੇ ਡਰ ਹੁੰਦਾ, ਜਿੱਥੇ ਭਰਮ ਨਹੀਂ ਉੱਥੇ ਡਰ ਵੀ ਕੋਈ ਨਹੀਂ। ਜਿੱਥੇ ਮਹਾਰਾਜ ਪੂਰੇ ਗੁਰੂ ਨੇ ਸਾਡਾ ਭੈ ਅਤੇ ਭਰਮ ਖੋਤਾ। ਹੁਣ ਕੀ ਦੇਖਾਂ ਸਾਹਮਣੇ ਜਾਈ ਜੀਓ, ਹੁਣ ਸਾਰੀਆਂ ਥਾਵਾਂ ਦੇ ਉੱਤੇ ਉਹੀ ਦਿਖਾਈ ਦਿੰਦਾ। ਜਾਈ ਜਗ੍ਹਾ, ਸਾਰੀਆਂ ਜਗ੍ਹਾ ਦੇ ਉੱਤੇ ਉਹੀ ਦਿਖਾਈ ਦਿੰਦਾ
ਕਿ ਉਹ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਅਸਮਾਨ ਦੇ ਵਿੱਚ, ਆਬਾਦੀਆਂ ਦੇ ਵਿੱਚ, ਸੁੰਨਾਂ ਦੇ ਵਿੱਚ ਉਹੀ ਦਿਖਾਈ ਦਿੰਦਾ। ਸਾਰੇ ਸਰੀਰਾਂ ਦੇ ਵਿੱਚ ਕੀ ਕੀੜੀ 'ਚ ਕੀ ਹਾਥੀ 'ਚ ਉਹੀ ਦਿਖਾਈ ਦਿੰਦਾ। ਹੁਣ ਹੋਰ ਕੁਛ ਨਹੀਂ ਪੂਰਾ, ਕਿਉਂਕਿ ਗੁਰੂ ਨੇ ਭਰਮ ਖੋਤਾ। ਗੁਰੂ ਨੇ ਉਹ ਦਿਵਯ ਦ੍ਰਿਸ਼ਟੀ ਦੇਤੀ। ਸਾਧ ਸੰਗਤ ਜੀ, ਜਿਵੇਂ ਨਾ ਹੁਣ ਐਕਸਰੇ ਦੀਆਂ ਕਿਰਨਾਂ ਹੁੰਦੀਆਂ ਨੇ, ਉਹ ਚਾਮੜੀ ਦੀ ਉਹਨਾਂ ਨੂੰ ਰੋਕ ਨਹੀਂ ਸਕਦੀ। ਦੂਸਰੇ ਕੈਮਰੇ ਨੂੰ ਤਾਂ ਚਾਮੜੀ ਦੀ ਫੋਟੋ ਲੈਣੀ ਪੈਂਦੀ ਹੈ, ਪਰ ਐਕਸਰੇ ਦੀਆਂ ਕਿਰਨਾਂ ਹੁੰਦੀਆਂ ਨੇ, ਉਹਨਾਂ ਨੂੰ ਚਾਮੜੀ ਰੋਕ ਨਹੀਂ ਸਕਦੀ, ਉਹ ਸਿੱਧਾ ਹੱਡੀ ਦੀ ਫੋਟੋ ਲੈ ਲੈਂਦਾ। ਹੁਣ ਗੁਰੂ ਨੇ ਐਸੀ ਦ੍ਰਿਸ਼ਟੀ ਦੇਤੀ, ਹੁਣ ਉਹ ਸਰੀਰ ਵੱਲ ਨਹੀਂ ਦੇਖਦਾ, ਉਹਦੇ ਅੰਦਰ ਜੋਤ ਵੱਲ ਹੀ ਦੇਖਦਾ, ਉਹਨੂੰ ਜੋਤ ਦੇ ਦਰਸ਼ਨ ਹੁੰਦੇ ਨੇ। ਪਰ ਸਮਰੱਥ ਵੱਡ ਊਂਚ ਅਪਾਰਾ, ਨੌਨਿਧ ਨਾਮ ਭਰੇ ਭੰਡਾਰਾ, ਆਦ ਅੰਤ ਮਦ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਓ। ਪਰਮਾਤਮਾ ਬਹੁਤ ਵੱਡੀ ਸਮਰੱਥਾ ਵਾਲਾ ਹੈ। ਸਾਧ ਸੰਗਤ ਜੀ, ਉਹ ਖੁਸਰੇ ਦੇ ਘਰ ਵੀ ਬੱਚਾ ਪੈਦਾ ਕਰ ਸਕਦਾ ਹੈ। ਉਹ ਦਿਨ ਦੇ ਦੁਪਹਿਰੇ ਨੂੰ ਵੀ ਅੱਧੀ ਰਾਤ ਬਣਾ ਸਕਦਾ ਹੈ। ਉਹ ਅੱਧੀ ਰਾਤ ਨੂੰ ਵੀ ਸੂਰਜ ਚੜਾ ਸਕਦਾ ਹੈ। ਸਾਧ ਸੰਗਤ ਜੀ, ਉਹ ਅਣਹੋਣੀ ਨੂੰ ਹੋਣੀ, ਹੋਣੀ ਨੂੰ ਅਣਹੋਣੀ ਦੇ ਵਿੱਚ ਤਬਦੀਲ ਕਰ ਸਕਦਾ ਹੈ। ਜੋ ਅਸੀਂ ਨਹੀਂ ਸੋਚਿਆ ਨਾ, ਉਹ ਵੀ ਕਰ ਸਕਦਾ। ਸਮੁੰਦਰਾਂ ਦੇ ਵਿੱਚ ਟਿੱਬੇ ਬਣਾ ਸਕਦਾ, ਟਿੱਬਿਆਂ ਦੀ ਜਗ੍ਹਾ ਤੇ ਸਮੁੰਦਰ ਬਣਾ ਸਕਦਾ। ਉਹ ਬਹੁਤ ਵੱਡੀ ਸਮਰੱਥਾ ਵਾਲਾ ਹੈ। ਊਂਚ ਅਪਾਰਾ, ਉਹ ਬਹੁਤ ਉੱਚਾ ਹੈ, ਉਹ ਬੇਅੰਤ ਹੈ ਪਰਮਾਤਮਾ। ਸਾਧ ਸੰਗਤ ਜੀ, ਨੌਏ ਨਿਧੀਆਂ ਦੇ ਨਾਮ ਨਾਲ ਉਹਦੇ ਭੰਡਾਰ ਭਰੇ ਹੋਏ ਨੇ। ਇੱਕ ਭੰਡਾਰ ਨਹੀਂ, ਬੇਅੰਤ ਭੰਡਾਰ 9 ਨਿਧੀਆਂ ਦੇ ਨਾਮ ਨਾਲ ਭਰੇ ਹੋਏ ਨੇ। ਉਹ ਪਰਮਾਤਮਾ ਆਦ ਅੰਤ ਮਦ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਓ। ਉਹ ਪਰਮਾਤਮਾ ਤਿੰਨੇ ਕਾਲਾਂ ਦੇ ਵਿੱਚ ਹੈ, ਭੂਤ ਦੇ ਵਿੱਚ, ਵਰਤਮਾਨ ਦੇ ਵਿੱਚ, ਭਵਿੱਖ ਦੇ ਵਿੱਚ। ਉਹੀ ਪਰਮਾਤਮਾ ਹੈ। ਦੂਜਾ ਲਵੈ ਨਾ ਲਾਈ ਜੀਓ, ਉਹਦੇ ਵਰਗਾ ਦੂਸਰਾ ਐਸਾ ਹੋਰ ਕੋਈ ਹੈ ਹੀ ਨਹੀਂ। ਕਿਉਂਕਿ ਸਾਧ ਸੰਗਤ ਜੀ, ਦੇਵੀ ਦੇਵਤਿਆਂ ਦੀ ਵੀ ਇੱਕ ਉਮਰ ਹੈ। ਬੇਸ਼ੱਕ ਉਹਨਾਂ ਦੀ ਉਮਰ ਬਹੁਤ ਵੱਡੀ ਹੈ, ਪਰ ਹੈ ਉਹ ਉਮਰ ਦੀ ਹੱਦ ਵਿੱਚ। ਪੀਰਾਂ ਪੈਗੰਬਰਾਂ ਦੀ ਵੀ ਇੱਕ ਉਮਰ ਹੈ। ਪਰਮਾਤਮਾ ਦਾ ਉਹ ਤਾਂ ਅਕਾਲ ਮੂਰਤ ਹੈ, ਉਹ ਤਾਂ ਸਮੇਂ ਤੋਂ ਬਾਹਰ ਹੈ। ਇਸ ਕਰਕੇ ਉਹਨੇ ਕਿਹੜਾ ਕਿਤੇ ਮਰਨਾ, ਦੂਜਾ ਉਹਦੇ ਬਰਾਬਰ ਕਿਵੇਂ ਪਹੁੰਚੇਗਾ। ਹੁਣ ਆਖਰੀ ਪੰਕਤੀ ਦੇ ਵਿੱਚ ਅਰਦਾਸ ਕਰਨੀ ਸਿਖਾਉਂਦੇ ਨੇ ਸਤਿਗੁਰੂ, ਕਰ ਕਿਰਪਾ ਮੇਰੇ ਦੀਨ ਦਇਆਲਾ। ਹੇ ਦਇਆ ਤੇ ਮੇਰੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਮੇਰੇ ਪਰਮਾਤਮਾ ਜੀ, ਮੇਰੇ ਤੇ ਕਿਰਪਾ ਕਰ, ਕਿਰਪਾ ਕਰ। ਕੀ ਕਿਰਪਾ ਕਰ? ਜਾਚਕ ਜਾਚਾ ਸਾਧ ਰਵਾਲਾ, ਇਹ ਤੇਰਾ ਜਾਚਕ, ਇਹ ਤੇਰਾ ਮੰਗਤਾ। ਸਾਧੂ ਦੀ ਧੂੜ ਮੰਗਦਾ, ਜਾਚਕ ਮੈਨੇ ਮੰਗਤਾ, ਜਾਚਾ ਮੈਨੇ ਮੰਗਦਾ ਹੈ। ਹੁਣ ਇਹ ਮੰਗਤਾ ਤੇਰੇ ਸਾਧੂਆਂ ਦੇ ਚਰਨਾਂ ਦੀ ਧੂੜ ਮੰਗਦਾ। ਭਾਵ ਧੂੜ ਦਾ ਭਾਵ ਅਰਥ ਹੈ ਨਿਮਰਤਾ ਸਹਿਤ ਉਹਨਾਂ ਦੀ ਸੰਗਤ ਕਰਨੀ। ਮਹਾਰਾਜ ਇਹ ਦੇ ਤੂੰ ਮੈਨੂੰ, ਦੇਹ ਦਾਨ ਨਾਨਕ ਜਨ ਮੰਗੈ। ਇਹ ਦਾਸ ਨਾਨਕ, ਹੁਣ ਕੱਕੇ ਨੂੰ ਔਂਕੜ ਲੱਗੀ ਹੈ ਨਾਨਕ ਦੇ ਨੂੰ। ਹੁਣ ਭਾਵ ਗੁਰੂ ਅਰਜਨ ਦੇਵ ਮਹਾਰਾਜ ਆਪ ਮੰਗ ਰਹੇ ਨੇ, ਮੈਂ ਨਾਨਕ ਜਨ ਤੈਥੋਂ ਮੰਗਦਾ ਪਰਮਾਤਮਾ, ਮੈਨੂੰ ਦਾਨ ਦੇ ਸਾਧੂ ਦੇ ਚਰਨਾਂ ਦੀ ਧੂੜ ਦਾ, ਸਦਾ ਸਦਾ ਹਰ ਧਿਆਈ ਜੀਓ। ਤੇ ਮੈਨੂੰ ਇਹ ਦਾਨ ਦੇ ਕਿ ਮੈਂ ਤੈਨੂੰ ਹਮੇਸ਼ਾ ਹਮੇਸ਼ਾ ਧਿਆਉਂਦਾ ਰਹਾਂ, ਕਦੀ ਵੀ ਤੈਨੂੰ ਵਿਸਾਰਾਂ ਨਾ, ਨਾ ਖਾਂਦਿਆਂ, ਨਾ ਪੀਂਦਿਆਂ, ਨਾ ਸੌਂਦਿਆਂ, ਨਾ ਜਾਗਦਿਆਂ, ਨਾ ਹੱਸਦਿਆਂ, ਨਾ ਰੋਂਦਿਆਂ, ਨਾ ਖੇਡਦਿਆਂ, ਨਾ ਆਰਾਮ ਕਰਦਿਆਂ, ਨਾ ਬਾਟ ਤੁਰਦਿਆਂ, ਨਾ ਦੁੱਖ ਭੋਗਦਿਆਂ, ਨਾ ਸੁੱਖ ਭੋਗਦਿਆਂ, ਨਾ ਤੰਦਰੁਸਤੀ ਦੇ ਵਿੱਚ, ਨਾ ਬਿਮਾਰੀ ਦੇ ਵਿੱਚ। ਮਹਾਰਾਜ ਚਾਹੇ ਦੇਖੋ, ਹੁਣ ਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ, ਚਾਹੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਮਖਮਲੀ ਫਰਸ਼ਾਂ ਦੇ ਉੱਤੇ ਪੈਰ ਰੱਖਦੇ ਨੇ, ਮਖਮਲੀ ਚੋਲੇ ਹੰਡਾਉਂਦੇ ਨੇ, ਉੱਥੇ ਵੀ ਨਹੀਂ ਵਸਾਰਿਆ। ਤੇ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੋਈ ਕੱਪੜਾ ਵੀ ਤਨ 'ਤੇ ਨਹੀਂ ਰਿਹਾ, ਪੈਰ ਵੀ ਰੋੜਾਂ ਨੇ ਕੰਡਿਆਂ ਨੇ ਖਾ ਲਏ, ਉੱਥੇ ਵੀ ਪਰਮਾਤਮਾ ਨਹੀਂ ਭੁੱਲਿਆ। ਪਰਮਾਤਮਾ ਤੈਨੂੰ ਹਮੇਸ਼ਾ ਹਮੇਸ਼ਾ ਧਿਆਉਂਦਾ ਰਹਾਂ, ਤੈਨੂੰ ਹਮੇਸ਼ਾ ਹਮੇਸ਼ਾ ਯਾਦ ਕਰਦਾ ਰਹਾਂ। ਇਹ ਦਾਨ ਦੇ, ਮੈਂ ਨਾਨਕ ਦਾਸ ਤੇਥੋਂ ਮੰਗਦਾ ਹਾਂ, ਮੈਨੂੰ ਤੇਰੇ ਸਾਧੂਆਂ ਦੇ ਚਰਨਾਂ ਦੀ ਧੂੜ ਬਣਾ। ਹੇ ਮੇਰੇ ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਜੀ, ਮੇਰੇ ਤੇ ਇਹ ਕਿਰਪਾ ਕਰੋ। ਸਾਧ ਸੰਗਤ ਜੀ, ਉਹ ਸਮਾਂ ਹੋ ਗਿਆ। ਸਮਾਂ ਬੜਾ ਛੇਤੀ ਮੁੱਕ ਜਾਂਦਾ ਹੈ, ਇਹ ਘੰਟਾ ਤਾਂ, ਪਰ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਇਸ ਕਰਕੇ ਆਪਣੇ ਸਮੇਂ ਨੂੰ ਅਜਾਈਂ ਨਾ ਗਵਾਈਏ। ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਤਰੁੱਟੀਆਂ ਰਹੀਆਂ ਨੇ। ਅਣਜਾਣ ਬੱਚਾ ਸਮਝ ਕੇ ਮੁਆਫ ਕਰ ਦੇਣਾ, ਅੱਗੇ ਵਾਸਤੇ ਅਸੀਸ ਬਖਸ਼ਣੀ ਹੈ। ਗਰੀਬ ਨਵਾਜ਼ ਆਪਣੇ ਸਾਰਿਆਂ ਤੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।